ज्ञानी अंजन गुर दिया, अज्ञान अंधेर बिना। हर कृपा ते संत भेटिया, नानक मन परगा। याही कुल ते प्रगट होए, ताही कुल को नाम। गुण द्वादश गुरिंड को, मेरी है प्रणाम। कने बरखते ठारहे, पड़े वेद मन लाए। वेद पाठ वेदी पे, जग में वंश महाए। परम सत्कारयोग हाਜ਼ਰੀਨ ਸਾਧ ਸੰਗਤ ਜੀ, ਇਸ ਪਾਵਨ ਪਵਿੱਤਰ ਸੱਚਖੰਡ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਦਾਸ ਦੀ ਹਾਜ਼ਰੀ ਪ੍ਰਵਾਨ ਕਰਨ ਦੇ ਵਾਸਤੇ ਸਭ ਮਾਈ ਭਾਈ ਪ੍ਰੇਮ ਸਤਿਕਾਰ ਨਾਲ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਰਾਮ ਸਿੰਘ ਜੀ। ਧੰਨ ਸ੍ਰੀ ਸਤਿਗੁਰੂ ਰਾਮ ਸੱਚੇ ਪਾਤਸ਼ਾਹ। ਆਪ ਵਡਭਾਗੇ ਹੋ ਜੋ ਕਿ ਦੂਰ ਨੇੜੇ ਤੋਂ ਆਪਣੇ ਸਾਰੇ ਦੁਨਿਆਵੀ ਕਾਰੋਬਾਰ ਦੇ ਕੰਮਾਂ ਦਾ ਤਿਆਗ ਕਰਦੇ ਹੋਏ ਗੁਰਸਿੱਖੀ ਜੀਵਨ ਦਾ ਪ੍ਰੇਮ ਤੇ ਪਿਆਰ ਦਾ ਸਬੂਤ ਦਿੰਦੇ ਹੋਏ ਇਸ ਸਮੇਂ ਨੂੰ, ਇਹਨਾਂ ਸਵਾਸਾਂ ਨੂੰ, ਇਸ ਸੰਸਾਰਿਕ ਜੀਵਨ ਯਾਤਰਾ ਨੂੰ, ਇਹਨਾਂ ਕਲਯੁਗ ਦੀਆਂ ਘੋਰ ਭਿਆਨਕ ਘੜੀਆਂ ਨੂੰ ਸਫਲ ਕਰਨ ਦੇ ਵਾਸਤੇ ਸਾਧ ਸੰਗਤ ਦੇ ਰੂਪ 'ਚ ਬੈਠ ਕੇ ਸਾਧ ਸੰਗਤ ਦੇ ਦਰਸ਼ਨ, ਨਾਮ ਸਿਮਰਨ ਦੀ ਪ੍ਰਾਪਤੀ, ਸਤਿਗੁਰੂ ਜੀ ਦੇ ਹੁਕਮ ਦੇ ਅਨੁਸਾਰ ਇਹਨਾਂ ਮਨੁੱਖੀ ਮਨਾਂ ਨੂੰ ਗਿਆਨ ਦੀ ਪ੍ਰਾਪਤੀ ਕਰਕੇ ਸਫਲ ਹੋਣ ਦੇ ਵਾਸਤੇ ਗੁਰਬਾਣੀ, ਗੁਰੂ ਉਪਦੇਸ਼, ਗੁਰ ਇਤਿਹਾਸ 'ਤੇ ਵਿਚਾਰ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਜਦੋਂ ਆਪ ਹਜ਼ੂਰ ਪਾਤਸ਼ਾਹ ਦੇ ਉਪਦੇਸ਼ ਨੂੰ ਪੜ੍ਹਦੇ ਸੁਣਦੇ ਹੋ, ਇਹਨਾਂ ਮਨੁੱਖੀ ਮਨਾਂ ਨੂੰ ਸਤਿਗੁਰੂ ਜੀ ਦੇ ਚਰਨਾਂ ਦੇ ਨਾਲ, ਨਾਮ ਦੇ ਨਾਲ, ਧਰਮ ਦੇ ਨਾਲ, ਸਾਧ ਸੰਗਤ ਨਾਲ ਜੋੜਨ ਦੇ ਵਾਸਤੇ ਹਜ਼ੂਰ ਪਾਤਸ਼ਾਹ ਕਿਰਪਾ ਕਰਦੇ ਨੇ। ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰਿ ਨਾਮ ਜਪਾਤ। जिन को कृपा करत है गोबिंद, ते सतसंग मिलात। ਹਜ਼ੂਰ ਪਾਤਸ਼ਾਹ ਉਪਦੇਸ਼ ਕਰਦੇ ਸਾਧ ਸੰਗਤ ਨਾਲ ਜੋੜਨ ਦਾ ਕਹਿੰਦੇ ਨੇ, ਹਰ ਕੇ ਸੰਤ ਸਦਾ ਥਿਰ ਪੂਜੋ। ਐ ਭਾਈ ਸੰਸਾਰਕ ਵਾਸੀਓ, ਜਿਹੜੇ ਉਸ ਹਰੀ ਪਰਮੇਸ਼ਰ ਦੇ ਜਨ ਨੇ, ਹਰ ਹਰ ਜਨ ਦੁਈ ਏਕ ਹੈ, ਬਿਬ ਵਿਚਾਰ ਕਿਛ ਨਾ ਹੈ, ਉਹਨਾਂ ਦੀ ਪੂਜਾ ਕਰੋ। ਸ਼ੰਕਾਵਤ ਕਹਿੰਦਾ ਜੀ ਕਿਉਂ? ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਜਿਸ ਵਖਰ ਕੋ ਲੈਨ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਜਿਸ ਵਸਤੂ ਦੀ ਪ੍ਰਾਪਤੀ ਦੇ ਵਾਸਤੇ ਆਪਾਂ ਇਸ ਮਾਤ ਲੋਕ 'ਤੇ ਆਏ ਹਾਂ, ਭਾਵੇਂ ਕਿੰਨਾ ਵੀ ਵੱਡੇ ਤੋਂ ਵੱਡਾ ਰਿਸ਼ਤੇਦਾਰ ਹੈ, ਕੋਈ ਸੰਬੰਧੀ ਹੈ, ਵੱਡੇ ਤੋਂ ਵੱਡਾ ਕੋਈ ਸ਼ਹਿਰ ਹੈ, ਕੋਈ ਮਾਰਕੀਟ ਹੈ, ਉਸ ਚੀਜ਼ ਨੂੰ ਉੱਥੋਂ ਪ੍ਰਾਪਤ ਨਹੀਂ ਹੋਣਾ। ਸਾਧ ਸੰਗਤ 'ਚ ਉਹ ਕਿੱਥੋਂ ਪ੍ਰਾਪਤ ਹੋਵੇਗੀ? ਰਾਮ ਨਾਮ ਸੰਤਨ ਘਰ ਪਾਇਆ। ਉਹ ਸਾਧੂ ਸੰਤਾਂ ਮਹਾਤਮਾ ਦੇ ਪਾਸੋਂ ਪ੍ਰਾਪਤ ਹੋਵੇਗੀ ਸਾਧ ਸੰਗਤ 'ਚ। ਇਸ ਵਾਸਤੇ ਭਾਈ ਜੋ ਹਰਿ ਨਾਮ ਜਪਾਤ, ਜੋ ਪਰਮੇਸ਼ਰ ਦਾ ਨਾਮ ਜਪਾਉਂਦੇ ਨੇ ਸਾਧ ਸੰਗਤ 'ਚ, ਪਰਮੇਸ਼ਰ ਦੇ ਪਾਸ ਦਾ ਉਪਦੇਸ਼ ਕਰਦੇ ਨੇ, ਪਏ ਗੁਰਮੁਖੋ ਦੁਲੱਭ ਦੇਹ ਪਾਈ ਵਡ ਭਾਗੀ,
ਨਾਮ ਨ ਜਪਹਿ ਤੇ ਆਤਮ ਘਾਤੀ। ਇਹ ਬੜੀ ਦੁਰਲਭ ਦੇ ਦੀ ਪ੍ਰਾਪਤੀ ਹੋਈ ਹੈ। ਇਸ ਸੰਸਾਰ 'ਚ ਕੋਈ ਮਨੁੱਖ ਐਸਾ ਜਿਹੜਾ ਆਤਮ ਘਾਤ ਕਰੇ ਸਾਧ ਸੰਗਤ 'ਚ, ਔਰ ਆਤਮ ਘਾਤ ਦਾ ਪਾਪ ਕਿੰਨਾ ਕੁ ਹੋਵੇ। ਹਜ਼ੂਰ ਪਾਤਸ਼ਾਹ ਕਹਿੰਦੇ ਨੇ ਉਹਨੂੰ ਮੁਕਤੀ ਨਹੀਂ ਮਿਲਦੀ ਜਿਹੜਾ ਆਤਮ ਘਾਤ ਕਰਦਾ ਸਾਧ ਸੰਗਤ 'ਚ। ਜਿਹੜਾ ਪਰਮੇਸ਼ਰ ਦੇ ਨਾਮ ਨਾਲ ਨਹੀਂ ਜੁੜਦਾ, ਭਗਵਾਨ ਦਾ ਨਾਮ ਨਹੀਂ ਜੁੜਦਾ, ਉਹ ਤੇ ਆਤਮਾ ਘਾਤ ਕਰਦਾ ਪਿਆ। ਗੁਰੂ ਦੇ ਪਿਆਰਾ ਆਪਣੇ ਆਪ ਦਾ ਘਾਤ ਕਰਦਾ ਪਿਆ ਸਾਧ ਸੰਗਤ 'ਚ। ਨਾਮ ਨਾ ਜਪੈ ਤੇ ਆਤਮ ਘਾਤੀ। ਉਹ ਤੇ ਆਤਮ ਘਾਤੀ ਪੁਰਸ਼ ਨੇ ਸਾਧ ਸੰਗਤ 'ਚ। ਕਹਿੰਦੇ ਨੇ ਮਰ ਨਾ ਜਾਹੀ ਜਿਨ੍ਹਾਂ ਬਿਸਰਤ ਰਾਮ। ਉਹ ਕਿਉਂ ਜਿਉਂਦੇ ਨੇ ਪਏ ਸੰਸਾਰ ਤੇ? ਜਿਹਨਾਂ ਨੂੰ ਭਗਵਾਨ ਦਾ ਨਾਮ ਵਿਸਰ ਗਿਆ, ਵਿਸਾਰ ਦਿੱਤਾ ਗੁਰੂ ਦੇ ਪਿਆਰਿਓ। ਕਹਿੰਦੇ ਨੇ ਨਾਮ ਬਿਹੁਣ ਜੀਵਨ ਕੌਣ ਕਾਮ। ਨਾਮ ਤੋਂ ਬਗੈਰ ਜਿਹੜੇ ਜਿਉਂਦੇ ਨੇ ਤੇ ਜੀਵਨ ਕਿਸੇ ਵੀ ਕੰਮ ਨਹੀਂ। ਨਿਰਫਲ ਮਨੁੱਖ ਜਪੈ ਨਹੀਂ ਨਾਮ ਸਾਧ ਸੰਗਤ 'ਚ। ਕਿਸੇ ਵੀ ਕੰਮ ਨਹੀਂ ਗੁਰੂ ਦੇ ਪਿਆਰਿਓ। ਨਰੂ ਮਰੈ ਨਰ ਕਾਮ ਨਾ ਆਵੈ, ਪਸ਼ੂ ਮਰੈ 10 ਕਾਜ ਸਵਾਰੈ। ਪਸ਼ੂ ਮਰ ਜਾਂਦਾ ਨਾ, ਉਹ 10 ਜੀਆਂ ਦੇ ਕਾਰਜ ਸਵਾਰ ਦਿੰਦਾ ਸਾਧ ਸੰਗਤ 'ਚ। ਹੱਡ ਚੰਮ ਸਭ ਕੰਮ ਆ ਜਾਂਦੇ ਨੇ। ਤੇ ਮਨੁੱਖ ਕੀ ਕਰਦਾ? ਸੋ ਕਰਜਾਈ ਕਰ ਜਾਂਦਾ ਸਾਧ ਸੰਗਤ 'ਚ। ਜਿਹੜੇ ਪਿਛਲੇ ਉਹਨਾਂ ਨੂੰ ਸੋ ਕਰਜਾਈ ਕਰ ਜਾਂਦਾ ਗੁਰੂ ਦੇ ਪਿਆਰੇ। ਇਹ ਕੰਮ ਕਰਦਾ ਮਨੁੱਖ ਸਾਧ ਸੰਗਤ 'ਚ। ਕਹਿੰਦੇ ਨੇ ਮਰ ਨਾ ਜਾਹੀ ਨਾਮ ਜੀਵਨ ਕੌਣ। ਖਾਤ ਪੀਤ ਖੇਲਤ ਹਸਤ ਵਿਸਥਾਰ। ਖਾਤ ਪੀਤ ਆ ਜਿਹੜਾ ਆਪਾਂ ਆਨੰਦ ਲੈਂਦੇ ਹਾਂ ਸਾਧ ਸੰਗਤ 'ਚ। 36 ਪ੍ਰਕਾਰ ਦੇ ਪਦਾਰਥ ਛਕਨੇ ਆ, ਵਧੀਆ ਤੋਂ ਵਧੀਆ ਪਹਿਨਨੇ ਆ, ਖਾਤ ਪੀਤ ਖੇਲਤ ਆਨੰਦ ਮਾਣਨੇ ਆ, ਹਸਤ ਵਿਸਥਾਰ ਕਈ ਤਰ੍ਹਾਂ ਦੇ ਹਾਸ ਰਸ ਕਰਨੇ ਆ। ਕਹਿੰਦੇ ਨੇ ਕਮਨ ਅਰਸ ਮਿਰਤਕ ਸਿਗਾਰ। ਤੁਸੀਂ ਵੇਖਦੇ ਹੋ ਨਾ ਜਦੋਂ ਕੋਈ ਜੀ ਮਰ ਜਾ ਉਹਦੀ ਅਰਥੀ ਨੂੰ ਕਿਵੇਂ ਸ਼ਿੰਗਾਰਦੇ ਆ ਸਾਧ ਸੰਗਤ 'ਚ। ਕਿਹੜੇ ਲੇਖੇ ਆ ਗੁਰੂ ਦੇ ਪਿਆਰੇ ਹੋ? ਉਹ ਮਨੁੱਖ ਉਹਨਾਂ ਦੇ ਬਰਾਬਰ ਹੈ। ਸਾਧ ਮਰੀ ਅਰਥੀ ਦੇ ਬਰਾਬਰ ਆ ਗੁਰੂ ਦੇ ਪਿਆਰੇ। ਇਸ ਵਾਸਤੇ ਜੋ ਹਰਿ ਨਾਮ ਜਪਾਤ, ਜੋ ਹਰੀ ਦੇ ਪਾਸੇ ਦਾ ਨਾ ਪਾਸੇ ਲਾਉਂਦੇ ਨੇ ਸਾਧ ਸੰਗਤ 'ਚ। ਕਹਿੰਦੇ ਨੇ ਜਿਨ ਕੋ ਕਿਰਪਾ ਕਰਤ ਹੈ ਗੋਬਿੰਦ ਤੇ ਸਤ ਸੰਗ ਮਿਲਾਤ। ਗੋ ਨਾਮ ਹੈ ਸ੍ਰਿਸ਼ਟੀ ਦਾ, ਬਿੰਦ ਨਾਮ ਹੈ ਪਾਲਣਾ ਕਰਨ ਵਾਲੇ ਦਾ। ਜਿਹੜਾ ਕਿ ਸਾਰੀ ਸ੍ਰਿਸ਼ਟੀ ਦੀ ਪਾਲਣਾ ਕਰਨ ਵਾਲਾ ਗੋਬਿੰਦ ਸਾਧ ਸੰਗਤ 'ਚ। ਜਿਹਦੇ ਤੇ ਉਹਦੀ ਕਿਰਪਾ ਹੋਵੇ ਨਾ, ਉਹ ਫਿਰ ਇੱਥੇ ਆਉਂਦੇ ਨੇ ਸਾਧ ਸੰਗ 'ਚ। ਸਾਧ ਸੰਗਤ 'ਚ ਦੂਜਾ ਆ ਨਹੀਂ ਸਕਦਾ ਗੁਰੂ ਦੇ ਪਿਆਰੇ। ਇਸ ਵਾਸਤੇ ਆਪ ਨੂੰ ਵੱਡੇ ਭਾਗਾਂ ਵਾਲੇ ਆਖਿਆ ਜਾਂਦਾ, ਜਿਹੜੇ ਕਿ ਆਪਣੀ ਸਾਰੀ ਦਿਹਾੜੀ ਦੀ ਥਕਾਵਟ ਦੀ ਨਾ ਪ੍ਰਵਾਹ ਕਰਦੇ ਹੋਏ ਗੁਰੂ ਜਸ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਦੇ ਆਗਮਨ ਦਿਹਾੜੀ ਦੀ ਖੁਸ਼ੀ ਦੇ ਨਿਮਿਤ ਹਾਜ਼ਰੀਆਂ ਭਰਨ ਦੇ ਵਾਸਤੇ, ਆਪਣੇ ਸਮੇਂ ਨੂੰ ਸਫਲ ਕਰਨ ਦੇ ਵਾਸਤੇ ਆ ਕੇ ਸਾਧ ਸੰਗਤ ਦਰਸ਼ਨ ਕਰਦੇ ਹੋ। ਸਾਧ ਸੰਗਤ ਬੈਠ ਕੇ ਸਤਿਗੁਰੂ ਜੀ ਦਿੱਤਾ ਹੋਇਆ ਦਾਨ, ਪ੍ਰਾਪਤ ਕੀਤਾ ਹੋਇਆ ਨਾਮ ਸਿਮਰਨ ਕਰਦੇ ਹੋ। ਜੋੜੋ ਮਨਾਂ ਨੂੰ। ਲੜੀਵਾਰ ਗੁਰ ਇਤਿਹਾਸ ਜਿਸ ਤਰ੍ਹਾਂ ਗ੍ਰੰਥਾਕਾਰ ਜੀ ਬਿਆਨ ਕਰਨਗੇ, ਆ ਬੜੇ ਪਿਆਰ ਸਤਿਕਾਰ ਦੇ ਨਾਲ ਰਸਨਾ ਕਰਕੇ ਗੁਰ ਸਿਮਰਨ ਕਰੋ। ਸਰਵਣਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦਾ ਪਾਵਨ ਪਵਿੱਤਰ ਜਸ ਆਪ ਇਸ ਨੂੰ ਸਰਵਣ ਕਰੋ। ਕਣੇ ਬਰਖ ਤੇ ਠਾਂ ਰਹੇ, ਪੜੈ ਬੇਦ ਮਨ ਲਾਏ। ਆਪ ਗੁਰੂ ਬੰਸਾਵਲੀ ਸਰਵਣ ਕਰ ਰਹੇ ਹੋ ਸਾਧ ਸੰਗਤ 'ਚ। ਉਹਦੇ ਅਨੁਸਾਰ ਜਿਹੜੇ ਸੀ ਨਾ, ਜਦੋਂ ਕਾਲ ਰਾਏ ਤੇ ਕਾਲ ਕੇਤ ਰਾਜਾਂ ਦੇ ਮੈਦਾਨੇ ਜੰਗ ਹੋਏ ਸਾਧ ਸੰਗਤ 'ਚ, ਜਿਹੜੇ ਲਹੂ ਦੇ ਕਸ਼ੂ ਦੇ ਸਨ, ਲਹੂ ਤੇ ਕਸ਼ੂ ਦੇ ਪਰਿਵਾਰ 'ਚ ਤੁਰੇ ਆਉਂਦੇ ਨੇ। ਭਗਵਾਨ ਰਾਮ ਚੰਦਰ ਤੁਰੇ ਆਉਂਦੇ ਨੇ ਰਾਜੇ ਮਹਾਰਾਜੇ ਸਾਧ ਸੰਗਤ 'ਚ। ਜਿਹੜੇ ਭੱਜ ਗਏ ਆਪਣੀ ਜਾਨ ਬਚਾ ਕੇ ਕਾਂਸ਼ੀ ਜਾ ਕੇ ਵੇਦਾਂ ਨੂੰ ਪੜ੍ਹਨਾ ਸ਼ੁਰੂ ਕਰ ਦਿੱਤਾ। ਵੇਦ ਪਾਠ ਬੇਦੀ ਪਏ, ਜਗ ਮੈਂ ਬੰਸ ਮਹਾਏ। ਜਿਨ੍ਹਾਂ ਨੇ ਵੇਦਾਂ ਦੇ ਪਾਠਾਂ ਦੀ ਪ੍ਰਾਪਤੀ ਕੀਤੀ, ਇਸ ਵਿਦਿਆ ਦੀ ਪ੍ਰਾਪਤ ਕੀਤੀ ਤੇ ਵੇਦਾਂ ਦਾ ਪਾਠ ਕਰਨ ਲੱਗ ਪਏ, ਉਹਨਾਂ ਨੂੰ ਲੋਕ ਬੇਦੀ ਆਖਣ ਲੱਗ ਪਏ। ਪਾਛੇ ਸੋਢੀ ਰਾਏ ਵਿਚਾਰੀ। ਜਿਸ ਤਰ੍ਹਾਂ ਕਿ ਆਮ ਤੁਸੀਂ ਵੇਖਦੇ ਹੋ ਪਈ ਸੰਸਾਰ ਤੇ ਜਿਸ ਤਰ੍ਹਾਂ ਦਾ ਕੋਈ ਕਿੱਤਾ ਕਰਦਾ, ਉਸ ਤਰ੍ਹਾਂ ਦਾ ਨਾਂ ਬਣ ਜਾਂਦਾ ਸਾਧ ਸੰਗਤ 'ਚ। ਇਸੇ ਤਰ੍ਹਾਂ ਸਮਾਂ ਤਬਦੀਲ ਹੁੰਦੇ ਹੁੰਦੇ ਜਿਹੜੇ ਕਿ ਸੋਢੀ ਸੀ ਪਿੱਛੇ ਕਸ਼ੂ ਸਾਧ ਸੰਗਤ 'ਚ, ਕਸ਼ੂ ਦੇ ਕੁਲ ਦੇ ਵਿੱਚੋਂ, ਉਹਨਾਂ ਦੇ ਮਨ ਦੀ ਅਵਸਥਾ ਬਣੀ ਔਰ ਇਸ ਮਨ ਨੂੰ ਉਹਨਾਂ ਨੇ ਵਿਚਾਰ ਕੀਤਾ। ਭੂਮ ਰਾਜ ਦਿਨ ਚਾਰ ਨਿਹਾਰੀ। ਇਹ ਜਿਹੜਾ ਸੰਸਾਰ ਦਾ ਰਾਜਾ, ਜਿਹੜਾ ਸੰਸਾਰ ਦਾ ਰਾਜ ਹੈ, ਸੰਸਾਰ ਤੇ ਜਿਉਣਾ ਤੇ 4 ਦਿਨ ਦਾ ਜਿਉਣਾ ਸਾਧ ਸੰਗਤ 'ਚ। 4 ਦਿਨ ਤੋਂ ਕੀ ਭਾਵ ਹੈ? ਇਹ ਨਹੀਂ ਵੀ 4 ਦਿਨ ਜਿਉਣਾ ਹੈ,
ਭਾਵ ਥੋੜ੍ਹਾ ਸਮਾਂ ਸਾਧ ਸੰਗਤ 'ਚ। ਇਹਦਾ ਅਰਥ ਕਰਨੇ ਅਸੀਂ ਥੋੜ੍ਹਾ ਸਮਾਂ ਗੁਰੂ ਦੇ ਪਿਆਰਿਓ। ਇਸ ਵਾਸਤੇ ਇਸ ਸੰਸਾਰ ਦੇ ਉੱਤੇ ਆਪਾਂ ਥੋੜ੍ਹੇ ਜਿਹੇ ਸਮੇਂ ਵਾਸਤੇ ਆਏ ਹੋਏ ਹਾਂ। ਅਸ ਵਿਚਾਰ ਲਿਖ ਦੂਤ ਪਠਾਏ। ਉਹਨਾਂ ਨੇ ਇਸ ਵਿਚਾਰ ਦੇ ਨਾਲ ਭਈ ਇਸ ਸੰਸਾਰ ਤੇ ਤੁਰ ਜਾਣਾ, ਰਹਿਣਾ ਨਹੀਂ, ਉਹਨਾਂ ਨੇ ਆਪਣੇ ਦੂਤ ਭੇਜੇ। ਬੈਰ ਭਾਵ ਕੀ ਲੇਸ ਗਵਾਏ। ਇੱਕ ਪੱਤਰਕਾ ਲਿਖੀ ਸਾਧ ਸੰਗਤ 'ਚ, ਐਸੀ ਪ੍ਰੇਮ ਪੱਤਰਕਾ ਲਿਖੀ। ਉਹ 'ਚ ਕੀ ਭਾਵ ਲਿਖਿਆ? ਉਹ 'ਚ ਜਿਹੜਾ ਸੀ ਨਾ ਮੈਦਾਨੇ ਜੰਗ ਦਾ ਸਮਾਂ, ਈਰਖਾ, ਦੁਬਦਾ, ਵੈਰ ਭਾਵ ਦਾ ਅਸਾਂ ਛੱਡ ਦਿੱਤਾ ਸਾਧ ਸੰਗਤ 'ਚ। ਬਹੁਤ ਵੱਡੀ ਗੱਲ ਹੈ ਗੁਰੂ ਦੇ ਪਿਆਰੇ, ਬਹੁਤ ਵੱਡੀ ਗੱਲ ਹੈ ਸਾਧ ਸੰਗਤ 'ਚ। ਕਿਉਂਕਿ ਇਹ ਈਰਖਾ, ਦੁਬਦਾ ਇਹ ਬਣਾਇਆ ਨਹੀਂ ਬਣਦੀਆਂ ਸਾਧ ਸੰਗਤ 'ਚ, ਕੁਦਰਤੀ ਬਣ ਜਾਂਦੀਆਂ ਨੇ ਗੁਰੂ ਦੇ ਪਿਆਰਿਓ। ਫਿਰ ਇਹ ਚੀਜ਼ ਕੈਸੀ ਹੈ ਜਿਹੜੀ ਬਹੁਤ ਬਹੁਤ ਵੱਡੇ ਵੱਡੇ ਵਿਦਵਾਨਾਂ 'ਚ ਆ ਜਾਂਦੀ ਹੈ ਸਾਧ ਸੰਗਤ 'ਚ, ਵਿਦਿਆਵਾਨਾਂ 'ਚ ਆ ਜਾਂਦੀ ਹੈ ਗੁਰੂ ਦੇ ਪਿਆਰਿਓ। ਇਹ ਚੀਜ਼ ਇਸ ਤਰ੍ਹਾਂ ਦੀ ਸਾਧ ਸੰਗਤ 'ਚ। ਇਹਨੂੰ ਛੱਡਣਾ, ਇਹ ਜਿਹੜਾ ਕਿ ਆਪਾਂ ਇੱਥੇ ਕਰਮ ਕਰਦੇ ਹਾਂ ਗੁਰੂ ਦੇ ਪਿਆਰੇ, ਬਸ ਇਹਦਾ ਇਹ ਭਾਵ ਹੈ ਸਾਧ ਸੰਗਤ 'ਚ। ਇਹਨੂੰ ਛੱਡਣਾ ਗੁਰੂ ਦੇ ਪਿਆਰੇ। ਕਿਉਂ ਕਹਿੰਦੇ ਨੇ ਦੁਬਦਾ ਮੇ ਦੋਨੋਂ ਗਏ, ਨਾ ਮਾਇਆ ਮਿਲੀ ਨਾ ਰਾਮ। ਸਾਧ ਸੰਗਤ 'ਚ ਇਸ ਮਾਇਆ, ਇਸ ਦੁਬਦਾ ਦੇ ਵਿੱਚ ਨਾ ਭਗਵਾਨ ਦੀ ਪ੍ਰਾਪਤੀ ਹੁੰਦੀ ਹੈ ਤੇ ਨਾ ਗੁਰੂ ਦੇ ਪਾਇਓ ਮਾਇਆ ਦੀ ਪ੍ਰਾਪਤੀ ਹੁੰਦੀ ਹੈ ਸਾਧ ਸੰਗਤ 'ਚ। ਦੂਸਰਾ ਦੁਬਦਾ ਦਾ ਇੱਕ ਹੈ ਨਰਕ ਤੇ ਇੱਕ ਹੈ ਸਵਰਗ ਸਾਧ ਸੰਗਤ 'ਚ। ਜਿਹੜਾ ਦੁਬਦਾ ਦਾ ਜਿਉਣਾ ਹੈ ਇਹ ਨਰਕ ਦਾ ਜਿਉਣਾ ਸਾਧ ਸੰਗਤ 'ਚ। ਕਿਸੇ ਘਰ ਵਿੱਚ ਪੈ ਜਾਏ ਦੁਬਦਾ, ਜੀਵਨ ਨਰਕ ਬਣ ਜਾਂਦਾ ਸਾਧ ਸੰਗਤ 'ਚ। ਕਿਸੇ ਸਮਾਜ ਵਿੱਚ ਬਣ ਜਾਏ ਦੁਬਦਾ, ਜੀਵਨ ਨਰਕ ਬਣ ਜਾਂਦਾ ਹੈ। ਕਿਸੇ ਕੌਮ 'ਚ ਪੈ ਜਾਏ ਦੁਬਦਾ, ਨਰਕ ਬਣ ਜਾਂਦਾ ਹੈ। ਕਿਸੇ ਦੇਸ਼ ਮੁਲਕ 'ਚ ਪੈ ਜਾਏ ਨਰਕ ਬਣ ਜਾਂਦਾ ਸਾਧ ਸੰਗਤ। ਦੁਬਦਾ ਇੱਕ ਐਸੀ ਚੀਜ਼ ਹੈ ਗੁਰੂ ਦੇ ਪਿਆਰਿਓ, ਜਿਸ ਨੇ ਬੜਾ ਕੁਛ ਕਰਤਾ ਹੈ ਸੰਸਾਰ ਤੇ ਸਾਧ ਸੰਗਤ 'ਚ। ਜਦੋਂ ਕਿਸੇ ਘਰ 'ਚ ਏਕਤਾ ਬਣ ਜਾਂਦੀ ਹੈ, ਜੀਵਨ ਸਵਰਗ ਬਣ ਜਾਂਦਾ ਸਾਧ ਸੰਗਤ 'ਚ। ਇਸ ਅੰਤਸ਼ਕਰਨ 'ਚ ਏਕਤਾ ਬਣ ਜਾਏ, ਸਾਰਾ ਸਵਰਗ ਬਣ ਜਾਂਦਾ ਗੁਰੂ ਦੇ ਪਿਆਰਿਓ। ਜਦੋਂ ਇਹਦੇ 'ਚ ਦੁਬਦਾ ਬਣ ਜਾਣੀ ਹੈ, ਫਿਰ ਕੀ ਹੋਣਾ ਹੈ? ਉਹ ਜਿਹੜਾ ਬੰਦਾ ਉਹਨੂੰ ਥੱਲੇ ਕਿਸ ਤਰ੍ਹਾਂ ਲਾਹਣਾ ਹੈ, ਉਹਦੀ ਬੇਇੱਜ਼ਤੀ ਕਿਸ ਤਰ੍ਹਾਂ ਕਰਵਾਉਣੀ ਹੈ, ਉਹਦੀ ਤੋਹੀਨ ਕਿਸ ਤਰ੍ਹਾਂ ਕਰਨੀ ਹੈ, ਸਭ ਨਾਮ ਬਣੀ ਜਾਂਦਾ ਰਹਿੰਦਾ ਫਿਰ ਸਾਧ ਸੰਗਤ 'ਚ। ਬਸ ਇਹੀ ਸੋਚਦੇ ਆਪ ਗੁਰੂ ਦੇ ਪਿਆਰਿਓ, ਇਹਨੂੰ ਇਸ ਤਰ੍ਹਾਂ ਦਾ ਪਲਟਾ ਕਿਸ ਤਰ੍ਹਾਂ ਖਾਣਾ ਹੈ। ਦੁਬਦਾ ਦਾ ਜੀਵਨ ਹੈ ਕਿਸ ਤਰ੍ਹਾਂ ਦਾ ਗੁਰੂ ਦੇ ਪਿਆਰਿਓ। ਜਦੋਂ ਤੁਸੀਂ ਹਜ਼ੂਰ ਪਾਤਸ਼ਾਹ ਗੁਰਬਾਣੀ ਨੂੰ ਪੜ੍ਹੋਗੇ ਨਾ, ਹਜ਼ੂਰ ਪਾਤਸ਼ਾਹ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨੇ, ਜੋਈ ਸਮਾਰੇ ਸੋਈ ਸੂਰਾ, ਜੋਈ ਸਮਾਰੇ ਸੋਈ ਪੂਰਾ, ਜੋਈ ਸਮਾਰਾ ਤਿਸੈ ਵਡਿਆਈ, ਜੋਈ ਸਮਾਰੇ ਤਿਸ ਕਾ ਦੁਖ ਜਾਈ। ਐਸਾ ਕੋਈ ਜੇ ਦੁਬਦਾ ਮਾਰ ਗਵਾਵੈ, ਇਸੈ ਮਾਰ ਰਾਜ ਜੋਗ ਕਮਾਵੈ ਸਾਧ ਸੰਗਤ 'ਚ। ਏਡੀ ਹਜ਼ੂਰ ਪਾਤਸ਼ਾਹ ਨੇ ਇਹ ਆਪਾਂ ਨੂੰ ਗੁਰਬਾਣੀ ਦੇ ਵਿੱਚ ਗੌੜੀ ਰਾਗ 'ਚ ਆਪਾਂ ਨੂੰ ਉਪਦੇਸ਼ ਤੇ ਸਿੱਖਿਆ ਦਿੱਤੀ ਸਾਧ ਸੰਗਤ 'ਚ। ਜੋ ਸਮਾਰੇ ਤਿਸ ਕੋ ਭਉ ਨਾਹੇ, ਜੋ ਸਮਾਰੇ ਸੋ ਨਾਮ ਸਮਾਹੇ, ਜੋ ਸਮਾਰੇ ਤਿਸ ਕੀ ਤ੍ਰਿਸ਼ਨਾ ਬੁਝੈ, ਜੋ ਸਮਾਰੇ ਤੇ ਸਭ ਚ ਸਿੱਝੈ, ਜੋ ਸਮਾਰਾ ਸੋ ਧਨਵੰਤਾ, ਜੋ ਸਮਾਰੇ ਸੋ ਪਤਵੰਤਾ, ਜੋ ਸਮਾਰੇ ਸੋਈ ਜਤੀ, ਜੋ ਸਮਾਰਾ ਤਿਸ ਹੋਵੈ ਗਤੀ, ਜੋ ਸਮਾਰਾ ਤਿਸ ਕਾ ਆਇਆ ਗਣੀ, ਜੋ ਸਮਾਰਾ ਸੋ ਨਿਸ਼ਚਲ ਧਣੀ, ਜੋ ਸਮਾਰਾ ਸੋ ਵਡ ਭਾਗਾ, ਜੋ ਸਮਾਰਾ ਸੋ ਅਣਦਿਨ ਜਾਗਾ। ਕਹਿੰਦੇ ਨੇ ਹਜ਼ੂਰ ਪਾਤਸ਼ਾਹ ਕਹਿੰਦੇ ਨੇ, ਜੋ ਸਮਾਰਾ ਸੋ ਜੀਵਨ ਮੁਕਤਾ ਸਾਧ ਸੰਗਤ 'ਚ। ਇਤਨਾ ਕਮਾਲ ਹੈ ਗੁਰੂ ਦੇ ਪਿਆਰਿਓ। ਜੋ ਸਮਾਰੇ ਤੁਸੀਂ ਨਿਰਮਲ ਜੁਗਤਾ, ਜੋ ਸਮਾਰੇ ਸੋਈ ਸੋ ਗਿਆਨੀ, ਜੋ ਸਮਾਰਾ ਸੋ ਸਾਹਿਤਿਆਨੀ। ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਬ ਕਰੈ ਸਾਧ ਸੰਗਤ 'ਚ। ਕਿਤਨਾ ਕਮਾਲ ਹੈ ਗੁਰੂ ਦੇ ਪਿਆਰਿਓ। ਇਸ ਮਾਰੀ ਬਿਨ ਥਾਏ ਨਾ ਪਰੈ, ਆਹ ਜਿਹੜਾ ਆਪਾਂ ਕਰਮ ਕਰਨੇ ਆ ਪਏ ਸਾਧ ਸੰਗਤ 'ਚ, ਆ ਤੁਸੀਂ ਵੇਖਦੇ ਨਹੀਂ ਪਏ ਜਿਉਂ ਜਿਉਂ ਗੁਰਦੁਆਰੇ ਬਹੁਤੇ ਬਣਦੇ ਨੇ ਪਏ, ਖਿਮਾ ਰੱਖਿਓ ਜੇ, ਈਰਖਾ ਦੁਬਦਾ ਵੱਧਦੀ ਹੈ ਪਈ ਸਾਧ ਸੰਗਤ 'ਚ। ਇਹ ਮੇਰੀ ਪਛੀਣ ਗੋਈ ਹੈ। ਜਿੰਨੇ ਤੁਸੀਂ ਮੰਦਰ ਤੇ ਮਸੀਤਾਂ ਤੇ ਗੁਰਦੁਆਰਾ ਬਣਾਏ ਜਾਓਗੇ, ਈਰਖਾ ਦੁਬਦਾ ਵੱਧਦੀ ਜਾਏਗੀ ਸਾਧ ਸੰਗਤ 'ਚ। ਧਿਆਨ ਰੱਖੋ ਇਸ ਗੱਲ ਦਾ ਗੁਰੂ ਦੇ ਪਿਆਰਿਓ, ਪਛੀਣ ਗੋਈ ਹੈ ਸਾਧ ਸੰਗਤ 'ਚ। ਜਿਉਂ ਜਿਉਂ ਸਾਧੂ ਸੰਤ ਮਹਾਤਮਾ ਵੱਧਦੇ ਨੇ, ਈਰਖਾ ਦੁਬਦਾ ਵੱਧਦੀ ਹੈ ਪਈ ਸਾਧ ਸੰਗਤ 'ਚ। ਖਿਮਾ ਰੱਖਿਓ ਜੇ, ਦੂਰ ਜਾਣੇ ਪਏ ਭਗਵਾਨ ਤੋਂ ਸਾਧ ਸੰਗਤ 'ਚ, ਵੱਧਦੀ ਆ ਪਈ ਗੁਰੂ ਦੇ ਪਿਆਰਿਓ। ਕਹਿੰਦੇ ਨੇ ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੈ।
ਇਹ ਤੇ ਪ੍ਰਮਾਣ ਦੇਣ ਲੱਗਾ ਤੁਹਾਨੂੰ ਇੱਕ ਸਾਧ ਸਿੰਘ, ਤੁਹਾਡੇ ਮਨ ਸ਼ੰਕਾ ਆਏਗੀ ਭਈ ਇਹਦੇ ਬਿਨਾਂ ਥਾਂ ਹੀ ਨਹੀਂ ਪੈਣਾ ਗੁਰੂ ਦੇ ਪਿਆਰਿਓ। ਕਦੇ ਸੋਚੀ ਜੇ ਗੱਲ, ਇਹ ਜਿਹੜੇ ਧਾਰਮਿਕ ਸਥਾਨ ਬਣਾਉਂਦੇ ਆ ਕਾਹਦੇ ਵਾਸਤੇ ਬਣਾਉਂਦੇ ਆ? ਪ੍ਰੇਮ ਪੈਦਾ ਕਰਨ ਦੇ ਵਾਸਤੇ, ਪਿਆਰ ਪੈਦਾ ਕਰਨ ਦੇ ਵਾਸਤੇ, ਕਥਾ ਕੀਰਤਨ ਸਤਸੰਗ ਆਪਣੀ ਰੂਹਾਨੀਅਤ ਦੀ ਅਵਸਥਾ ਨੂੰ ਉੱਚੀ ਕਰਨ ਦੇ ਵਾਸਤੇ। ਕੀ ਹੁੰਦਾ ਪਿਆ ਸੱਜਣੋ? ਆ ਧਾਰਮਿਕ ਸਥਾਨ ਦੁਬਦਾ ਦੇ ਘਰ ਬਣ ਗਏ ਨੇ ਸਾਧ ਸੰਗਤ 'ਚ, ਦੁਬਦਾ ਦੇ ਘਰ ਬਣ ਗਏ ਨੇ ਗੁਰੂ ਦੇ, ਫੁੱਟਦੇ ਈਰਖਾ ਨਿੰਦਿਆ ਦੇ ਘਰ ਬਣ ਗਏ ਨੇ ਗੁਰੂ ਦੇ ਪਿਆਰੇ। ਜਿੰਨੀ ਇੱਥੋਂ ਈਰਖਾ ਦੁਬਦਾ ਮਿਲਦੀ ਹੈ ਕਿਤੋਂ ਬਾਹਰੋਂ ਮਿਲ ਹੀ ਨਹੀਂ ਸਕਦੀ ਸਾਧ ਸੰਗਤ 'ਚ। ਖਿਮਾ ਰੱਖਿਓ ਜੀ ਮੇਰੀ ਗੱਲ ਨੂੰ। ਜਿਹਨੂੰ ਈਰਖਾ ਦੁਬਦਾ ਕਰਨ ਦਾ ਨਹੀਂ ਨਾ ਪਤਾ, ਉਹ ਗੁਰਦੁਆਰੇ ਜਾਣਾ ਸ਼ੁਰੂ ਕਰ ਦਿਓ ਸਾਧ ਸੰਗਤ 'ਚ, ਤੁਹਾਨੂੰ ਪਤਾ ਲੱਗ ਜਾਏਗਾ ਈਰਖਾ ਦੁਬਦਾ ਕਰਨੀ ਕਿਸ ਤਰ੍ਹਾਂ ਦੀ ਸਾਧ ਸੰਗਤ 'ਚ। ਇਹ ਐਸੀ ਗੱਲ ਬਣ ਗਈ ਸਾਡੇ ਅੰਦਰਾਂ 'ਚ ਗੱਲ ਆ ਗਈ ਸਾਧ ਸੰਗਤ 'ਚ। ਮੈਂ ਪ੍ਰਾਰਥਨਾ ਕਰਨਾ ਪਿਆ, ਗੱਲ ਬਹੁਤ ਸ਼ਾਰਟਕੱਟ ਕਰਾਂਗਾ ਸਾਧ ਸੰਗਤ 'ਚ। ਮੈਂ ਅਰਜ਼ ਕਰਨਾ ਪਿਆ, ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੈ ਸਾਧ ਸੰਗਤ 'ਚ। ਇਸ ਮਾਰੀ ਬਿਨ ਜਨਮ ਨਾ ਮਿਟੈ, ਇਸ ਮਾਰੀ ਬਿਨ ਜਮ ਤੇ ਨਹੀਂ ਛੁਟੈ, ਇਸ ਮਾਰੀ ਬਿਨ ਗਿਆਨ ਨਾ ਹੋਈ, ਇਸ ਮਾਰੀ ਬਿਨ ਝੂਠ ਨਾ ਧੋਈ। ਜਾਂ ਕੋ ਪਏ ਕਿਰਪਾਲ ਕਿਰਪਾ ਨਿਧ, ਤਿਸ ਹੋਈ ਖਲਾਸੀ ਸਗਲ ਸਿੱਧ। ਗੁਰ ਦੁਬਦਾ ਜਾਂ ਕੀ ਹੈ ਮਾਰੀ, ਤੇ ਕਹੋ ਨਾਨਕ ਸੋ ਬ੍ਰਹਮ ਵਿਚਾਰੀ ਸਾਧ ਸੰਗਤ 'ਚ। ਦੁਬਦਾ ਇੱਕ ਐਸੀ ਚੀਜ਼ ਹੈ ਸਾਧ ਸੰਗਤ 'ਚ। ਤ੍ਰੇਤੇ ਯੁੱਗ ਦਾ ਸਮਾਂ, ਭੀਲਣੀ ਆਪਣੇ ਪਤੀ ਦੇ ਵਿਯੋਗ ਦੇ ਵਿੱਚ ਮਤੰਗ ਰਿਸ਼ੀ ਦੇ ਸਥਾਨ ਤੇ ਪਹੁੰਚ ਗਈ ਹੈ ਸਾਧ ਸੰਗਤ 'ਚ। ਭਗਵਾਨ ਦਾ ਤਪ ਕਰਨਾ ਸ਼ੁਰੂ ਕਰ ਦਿੱਤਾ। ਜਿਹੜੇ ਕਿ ਸੈਂਕੜੇ ਹਜ਼ਾਰਾਂ ਸਾਲਾਂ ਦੇ ਰਿਸ਼ੀ ਮੁਨੀ ਬੈਠੇ ਨੇ ਨਿਰੰਜਨ ਬਨ ਦੇ ਵਿੱਚ ਤਪ ਕਰਦੇ ਨੇ ਪਏ। ਮਤੰਗ ਰਿਸ਼ੀ ਦੀ ਸ਼ਰਨ ਜਾ ਕੇ ਭੀਲਣੀ ਨੇ ਵੀ ਲੈ ਲਈ ਗੁਰੂ ਦੇ ਪਿਆਰਿਓ। ਕਿਉਂਕਿ संत का प्रताप तीन ताप हूँ को दूर करे, संत के प्रताप सब रोग सोग नसदा। संत करते हैं निहाल चाल, चलते हैं भुजंगम की, जहाँ पग धरे मेघ मेहर दा बरसदा। हूण हार टाले संत, मुए को जिवाले संत, संत के छड़ाए फिर फाही कौन फसदा। संतन की महिमा आप जान रहे, संत जन महिमा है अपार, चार वेद नहीं दसदा। भीलनी ने जाके मतंग रिषी की शरण लई साध संगत 'ਚ। ਮਤੰਗ ਰਿਸ਼ੀ ਨੇ ਅਸ਼ੀਰਵਾਦ ਦਿੱਤਾ, ਪੁੱਤ ਭਗਵਾਨ ਦਾ ਬੰਦਗੀ ਕਰਿਆ ਕਰ, ਸਿਮਰਨ ਕਰਿਆ ਕਰ ਸਾਧ ਸੰਗਤ 'ਚ। ਗੁਰਮੰਤਰ ਦਿੱਤਾ ਗੁਰੂ ਦੇ ਪਿਆਰਿਓ, ਜਪਣਾ ਸ਼ੁਰੂ ਕਰ ਦਿੱਤਾ। ਮਤੰਗ ਰਿਸ਼ੀ ਦਾ ਸਮਾਂ ਨੇੜੇ ਆ ਗਿਆ ਸਾਧ ਸੰਗਤ 'ਚ। ਭੀਲਨੀ ਕਹਿੰਦੀ, ਪਿਤਾ ਜੀ ਮੇਰਾ ਕੀ ਬਣੇਗਾ? ਕਹਿੰਦੇ ਨੇ, ਪੁੱਤ ਕੋਈ ਬਾਤ ਨਹੀਂ, ਮੇਰੀ ਕਲਿਆਣ ਕੌਣ ਕਰੇਗਾ, ਕਿਸ ਤਰ੍ਹਾਂ ਹੋਵੇਗੀ? ਕਹਿੰਦੇ, ਪੁੱਤ ਇਸ ਜੰਗਲ 'ਚ ਭਗਵਾਨ ਰਾਮਚੰਦਰ ਆਉਣ ਵਾਲੇ ਤੇਰੀ ਕਲਿਆਣ ਕਰਨਗੇ ਆ ਕੇ ਸਾਧ ਸੰਗਤ 'ਚ। ਮਤੰਗ ਰਿਸ਼ੀ ਜੀ ਅੱਖਾਂ ਮੀਟ ਗਏ ਗੁਰੂ ਦੇ ਪਿਆਰੇ। ਭੀਲਨੀ ਲੱਗੀ ਵਿਯੋਗ ਦੇ ਵਿੱਚ ਸਿਮਰਨ ਕਰਨ, ਆਸ ਕਰਦੀ ਹੈ ਭਗਵਾਨ ਕਦੋਂ ਸਮਾਂ ਆਵੇਗਾ। ਸੇਵਾ ਕਰਨੀ ਸ਼ੁਰੂ ਕਰ ਦਿੱਤੀ। ਰਿਸ਼ੀਆਂ ਨੂੰ ਪਤਾ ਲੱਗਾ, ਕਹਿੰਦੇ ਨੇ ਸਾਡੀ ਤੇ ਸਾਰੀ ਸੇਵਾ ਜਿਹੜੀ ਹੈ, ਸਾਡੀ ਤੇ ਸਾਰੀ ਆਹ ਜਿਹੜੀ ਅਸੀਂ ਭਜਨ ਬੰਦਗੀ ਕਰਨੇ ਆ ਪਏ, ਉਹ ਸੇਵਾ ਕਰਨ ਵਾਲਾ ਲਈ ਜਾਂਦਾ ਹੈ ਪਿਆ। ਕੌਣ ਹੈ ਸੇਵਾ ਕਰਨ ਵਾਲਾ? ਪਤਾ ਲੱਗਾ ਭੀਲਣੀ ਹੈ। ਕੀ ਕਰਦੀ ਸੀ? ਜਿੱਥੋਂ ਰਿਸ਼ੀ ਜਾਂਦੇ ਸੀ ਨਾ ਪੰਪਾਸਰ ਇਸ਼ਨਾਨ ਤੇ, ਪੰਪਾਸਰ ਸਰੋਵਰ ਤੇ ਇਸ਼ਨਾਨ ਕਰਨ, ਉਹ ਰਾਹ ਸਾਫ਼ ਕਰਦੀ ਸੀ ਸਾਧ ਸੰਗਤ 'ਚ। ਕਿੰਨੀ ਨਿਰਮਾਨਤਾ ਸਾਧ ਸੰਗਤ 'ਚ। ਫਰੀਦਾ ਥੀਓ ਪਵਾਹੀ ਦੱਬ, ਜੇ ਸਾਈਂ ਲੋੜ ਹੈ ਸਭ, ਇੱਕ ਛਿਜਿਆ ਬਿਆ ਲਤਾੜੀ ਹੈ, ਤਾਂ ਸਾਈਂ ਦੇ ਦਰ ਵਾੜੀ ਹੈ ਸਾਧ ਸੰਗਤ 'ਚ। ਐਵੇਂ ਗੱਲਾਂ ਬਣਦੀਆਂ ਨੇ ਗੁਰੂ ਦੇ ਪਿਆਰਿਓ। ਰਿਖੀਆਂ ਨੇ ਕੁਛ ਇਤਿਹਾਸਕਾਰਾਂ ਨੇ ਕਈ ਇੱਥੇ ਪ੍ਰਕਾਰ ਦੇ ਵਿਚਾਰ ਲਿਖੇ ਨੇ, ਪਰ ਮੈਂ ਤੁਹਾਨੂੰ ਧਰਮ ਨਾਲ, ਗੁਰਮਤ ਨਾਲ, ਪਿਆਰ ਨਾਲ ਜੋੜਨਾ ਸਾਧ ਸੰਗਤ 'ਚ। ਉਹਨਾਂ ਨੇ ਇਹਦੇ ਨਾਲ ਨਫ਼ਰਤ ਕੀਤੀ ਸਾਧ ਸੰਗਤ 'ਚ। ਇੱਥੋਂ ਇਹਨਾਂ ਕੰਮ ਕਰਿਆ ਕਰ, ਤੂੰ ਤਾਂ ਸਾਡੀ ਸਾਰੀ ਬੰਦਗੀ ਦਾ ਫਲ ਲਈ ਜਾਣੀ ਸਾਧ ਸੰਗਤ 'ਚ ਸੇਵਾ ਕਰਕੇ। ਔਰ ਗੱਲ ਦਰੁਸਤ ਹੈ ਗੁਰੂ ਦੇ ਪਿਆਰਿਓ। ਹੁਣ ਇਸ ਨੇ ਕੀ ਕੀਤਾ? ਇਸ ਨੇ ਹੁਣ ਰਿਖੀਆਂ ਨੂੰ ਉੱਠਣ ਤੋਂ ਪਹਿਲਾਂ ਰਸਤਾ ਸਾਫ਼ ਹੋ ਕਰਨਾ ਸਾਧ, ਪਰ ਇਹਨੂੰ ਪਤਾ ਨਹੀਂ ਲੱਗੇ ਗੁਰੂ ਦੇ ਪਿਆਰਿਓ। ਇੱਕ ਸਮੇਂ ਨਾ ਸ੍ਰੀ ਭੈਣੀ ਸਾਹਿਬ ਸਨ ਸਾਧ ਸੰਗਤ 'ਚ। ਸ੍ਰੀ ਸਾਗਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ, ਸਾਧ ਸੰਗਤ ਜੀ ਸੇਵਾ ਕਰ ਦਿਓ, ਚੋਰਾਂ ਵਾਂਗ ਕਰਿਆ ਕਰੋ, ਚੋਰਾਂ ਵਾਂਗ ਕਰਿਆ ਕਰੋ। ਅਸੀਂ ਆ ਨਾ ਸਾਡਾ ਸਟੇਜ 'ਤੇ ਆ ਕੇ ਸਾਨੂੰ ਸਿਰੋਪਾ ਮਿਲਣਾ ਆ ਕੇ ਸਾਧ ਸੰਗਤ 'ਚ, ਆਪ ਹੀ ਨਾਸ਼ ਕਰ ਦਿੰਦੇ ਸੇਵਾ ਦਾ ਸਾਧ ਸੰਗਤ ਜੀ, ਆਪ ਹੀ ਨਾਸ਼ ਕਰੀ ਜਾਂਦੇ ਗੁਰੂ ਦੇ ਪਿਆਰੇ। ਇਹਨੂੰ ਮਾਤਾ ਸਮਝਦੇ ਤੁਸੀਂ? ਧਰਮ ਹੀ ਧਰਮ ਕਰਾ ਗਵਾਵੈ,
ਮੰਗੈ ਮੁਖ ਦੁਆਰ। ਇਹ ਸਤਿਗੁਰੂ ਸ੍ਰੀ ਸਤਿਗੁਰੂ ਜਗਜੀਤ ਸਿੰਘ ਦਾ ਬਚਨ ਹੈ ਸਾਧ ਸੰਗਤ 'ਚ। ਕਿਸੇ ਨੂੰ ਪਤਾ ਨਾ ਲੱਗੇ ਤੇ ਹੁਕਮਨਾਮਾ ਰੋਜ਼ ਪੜ੍ਹਦੇ ਹੋ ਕਿ ਨਹੀਂ ਪੜ੍ਹਦੇ? ਸਾਧ ਸੰਗਤ ਜੀ ਆਪਣੀ ਭਲਾਈ ਨੂੰ ਛੁਪਾ ਕੇ ਰੱਖਣਾ ਹੈ। ਸਤਿਗੁਰੂ ਰਾਮ ਸਿੰਘ ਦਾ ਪਹਿਲਾ ਮੁੱਢ ਇੱਥੋਂ ਹੀ ਆਉਂਦਾ ਸਾਧ ਸੰਗਤ। ਤੇ ਅਸੀਂ ਕਹਿੰਦੇ ਹਾਂ ਸਾਨੂੰ ਸਟੇਜ ਜਿੰਨਾ ਚਿਰ ਸਟੇਜ ਤੇ ਨਾ ਲਿਆ ਜਾਵੇ ਸਾਡਾ ਫਰਾਜ਼ ਨਹੀਂ ਉਤਰਦਾ ਸਾਧ ਸੰਗਤ 'ਚ। ਪੇਟ ਹੀ ਆਫਰ ਜਾਂਦਾ ਗੁਰੂ ਦੇ ਪਿਆਰੋ, ਕੀ ਕੀਤਾ ਜਾਵੇ ਇਹਦੇ 'ਚ? ਮੇਰਾ ਨਾਂ ਨਹੀਂ ਲਿਆ ਸਾਧ ਸੰਗਤ 'ਚ, ਮੈਂ ਨਹੀਂ ਸੇਵਾ ਕੀਤੀ, ਮੇਰਾ ਨਾਂ ਨਹੀਂ ਲਿਆ ਗੁਰੂ ਦੇ ਪਿਆਰਿਓ। ਅਸੀਂ ਇੱਥੇ ਖਲੋਤੇ ਹਾਂ। ਸਤਿਗੁਰੂ ਜਗਜੀਤ ਕਹਿੰਦੇ ਨੇ ਚੋਰਾਂ ਵਾਂਗ ਕਰਿਆ ਕਰੋ ਸਾਧ ਸੰਗਤ 'ਚ, ਪਤਾ ਨਾ ਲੱਗੇ ਕਿਸੇ ਨੂੰ ਗੁਰੂ ਦੇ ਪਿਆਰਿਓ। ਔਰ ਕੀ ਵੇਖਿਆ ਹੁਣ ਤੇ ਸਮਾਂ ਇਸ ਤਰ੍ਹਾਂ ਦਾ ਆ ਗਿਆ ਨਾ, ਆਪ 1.25 ਲੱਖ ਪਾਠ ਜਦੋਂ ਇਹ 73 'ਚ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਵੀ ਆਦਿ ਸ਼ੁਰੂ ਕੀਤੇ ਨਾ, ਤੇ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਨੇ ਬੁੱਕਲ ਮਾਰ ਲੈਣੀ ਤੇ ਜਾ ਕੇ ਪਾਣੀ ਪੀਪੇ ਕੱਢ ਕੇ ਤੇ ਇਸ਼ਨਾਨ ਕਰਾਉਣਾ ਸਾਧ ਸੰਗਤ 'ਚ। ਅਸਾਂ ਕੀਤੇ ਨੇ ਗੁਰੂ ਦੇ ਪਿਆਰਿਓ। ਜਦੋਂ ਪਤਾ ਲੱਗਣਾ ਉਦੋਂ ਭੱਜ ਜਾਣਾ, ਫਿਰ ਵੀ ਪਤਾ ਨਹੀਂ ਲੱਗਣਾ ਸਾਧ ਸੰਗਤ 'ਚ। ਪਤਾ ਲੱਗ ਗਿਆ ਹੁਣ ਸਾਧ ਸੰਗਤ, ਜਿੰਨੇ 'ਚ ਨਾ ਪਤਾ ਲੱਗਣਾ ਉਹ ਇਸ਼ਨਾਨ ਕੱਢ ਕੇ ਕਰਾਈ ਜਾਣਾ ਗੁਰੂ ਦੇ ਪਿਆਰਿਓ। ਆਹ ਚੀ ਢੰਗ ਸੇਵਾ ਦਾ ਸਾਧ ਸੰਗਤ 'ਚ ਮਰਦ ਕਰਨਾ ਪਿਆ। ਭਾਵ ਸੱਜਣੋ, ਸ੍ਰੀ ਭਗਵਾਨ ਨੇ ਜਾ ਕੇ ਆਪਾਂ ਗੱਲ ਮੁੱਕਦੀ ਕਰੀ, ਜਾ ਕੇ ਭਾਗ ਲਾਤੇ ਭਗਵਾਨ ਨੇ ਸਾਧ ਸੰਗਤ 'ਚ। ਕਹਿੰਦੇ ਨੇ ਨਾ ਤੂੰ ਆਵੇਂ ਵਸ ਬਹੁਤ ਕਿਨਾਵਣੇ। ਪੜ੍ਹਿਆ ਕਰੋ ਗੁਰਬਾਣੀ ਤੇ ਉਹਦੀ ਵਿਚਾਰ ਕਰਿਆ ਕਰੋ ਸਾਧ ਸੰਗਤ 'ਚ। ਕਿਨਾਵਣੇ ਉਹ ਭਗਵਾਨ ਅਰਦਾਸਾਂ ਦੇ ਮੁਥਾਜ ਹੈ, ਤਰਲਿਆਂ ਦੇ ਮੁਥਾਜ ਹੈ। ਉਹ ਅੰਦਰ ਜੋ ਕਪਟ ਭਰਿਆ ਉਹ ਕੋਈ ਬਾਤ ਨਹੀਂ, ਅਰਦਾਸਾਂ ਕਰੀ ਚਲੀਏ। ਅੰਦਰ ਦੁਬਦਾ ਤੇ ਛੱਡੋ ਪਹਿਲਾਂ ਸਾਧ ਸੰਗਤ 'ਚ। ਉਹ ਜਿਹੜਾ ਭਗਵਾਨ ਹੈ ਇਹਨਾਂ ਅਰਦਾਸਾਂ ਦੇ ਮੁਥਾਜ ਨਹੀਂ, ਉਹ ਨਿਰਮਲਤਾ ਦੇ ਮੁਥਾਜ ਹੈ ਸਾਧ ਸੰਗਤ 'ਚ। ਅੰਦਰ ਤੇ ਕਪਟ ਭਰੇ ਪਏ ਨੇ, ਅੰਦਰ ਤੇ ਗੰਦ ਭਰਿਆ ਪਿਆ ਸਾਧ ਸੰਗਤ 'ਚ। ਮਨੁੱਖ ਦਾ ਸੁਭਾਅ ਹੈ ਇਹਨੂੰ ਦੂਜਿਆਂ ਕੋਲੋਂ ਬਦਬੂ ਆਉਂਦੀ ਹੈ, ਆਪਣੇ ਕੋਲੋਂ ਬਦਬੂ ਨਹੀਂ ਆਉਂਦੀ ਸਾਧ ਸੰਗਤ 'ਚ। ਇਹਦਾ ਸੁਭਾਅ ਹੈ ਗੁਰੂ ਦੇ ਪਿਆਰਿਓ। ਦੂਜਿਆਂ ਕੋਲੋਂ ਇਹਨੂੰ ਬਦਬੂ ਆਉਂਦੀ ਹੈ, ਆਪਣੇ ਕੋਲੋਂ ਨਹੀਂ ਆਉਂਦੀ ਸਾਧ ਸੰਗਤ 'ਚ। ਮੈਂ ਕੀ ਕਰਨਾ ਪਿਆ, ਮੈਂ ਕੀ ਹਾਂ ਸਾਧ ਸੰਗਤ 'ਚ। ਕਹਿੰਦੇ ਨੇ ਨਾ ਤੂੰ ਆਵੇਂ ਵਸ ਬਹੁਤ ਕਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ। ਉਹ ਇਹਨਾਂ ਦੇ ਵਾਸਤੇ ਮੈਂ ਬੜਾ ਪਾਠੀ ਹਾਂ, ਮੈਂ ਬੜਾ ਰਾਗੀ ਹਾਂ, ਮੈਂ ਬੜਾ ਕਥਾਵਾਚਕ ਹਾਂ। ਇਹ ਕਾਹਦੀ ਗੱਲ ਹੈ ਸਾਧ ਸੰਗਤ 'ਚ? ਕਿਸੇ ਨੇ ਕੋਈ ਕੰਮ ਕਰਕੇ ਰੋਟੀ ਖਾ ਲਈ, ਕਿਸੇ ਨੇ ਕੋਈ ਕੰਮ ਕੇ ਪੇਟ ਪਾਲ ਕਰ ਤੇ ਪੇਟ ਪਾਲਣਾ ਸਾਧ ਸੰਗਤ ਵੇਖਣਾ ਅੰਦਰ ਕੀ ਹੈ ਤੇ ਗੁਰੂ ਦੇ ਪਿਆਰਿਓ। ਜਿਸ ਕਥਾ ਨੇ, ਜਿਸ ਰਾਗ ਨੇ, ਜਿਸ ਕੀਰਤਨ ਨੇ ਆਪਣਾ ਜੀਵਨ ਨਹੀਂ ਸਵਾਰਿਆ, ਕਿਸੇ ਦਾ ਕੀ ਸਵਾਰ ਦੇਗਾ ਸਾਧ ਸੰਗਤ ਜੀਓ। ਜਿਸ ਕਥਾ ਨੇ, ਜਿਸ ਕੀਰਤਨ ਨੇ, ਜਿਸ ਰਾਗ ਨੇ ਆਪਣੀ ਜ਼ੁਬਾਨ ਨਹੀਂ ਸਵਾਰੀ, ਕਿਸੇ ਦੀ ਕੀ ਸਵਾਰ ਦੇਗਾ ਸਾਧ ਸੰਗਤ ਜੀਓ। ਜਿਸ ਕੀਰਤਨ ਨੇ, ਜਿਸ ਰਾਗ ਨੇ, ਜਿਸ ਗੁਰਬਾਣੀ ਨੇ ਉਹ ਸੱਜਣੋ ਆਪਣੀ ਆਚਰਨ ਉੱਚਾ ਨਹੀਂ ਕੀਤਾ, ਕਿਸੇ ਦਾ ਕੀ ਕਰ ਦੇਵੇਗਾ ਸਾਧ ਸੰਗਤ 'ਚ? ਉਹਦਾ ਕੀ ਕਰ ਦੇਗਾ ਗੁਰੂ ਦੇ ਪਿਆਰਿਓ? ਧਿਆਨ ਦੇਣਾ ਸਾਧ ਇਹਨਾਂ ਗੱਲਾਂ ਦਾ ਗੁਰੂ ਦੇ ਪਿਆਰਿਓ, ਧਿਆਨ ਦੇਣਾ ਸਾਧ ਸੰਗਤ 'ਚ। ਨਾ ਤੂੰ ਆਵੇਂ ਵਸ ਵੇਦ, ਨਾ ਤੂੰ ਆਵੇਂ ਵਸ ਤੀਰਥ ਨਹਾਈ ਹੈ। ਇਹਨਾਂ ਦੇ ਵਾਸਤੇ ਸੰਸਾਰ ਦੇ ਲੋਕਾਂ ਤੇ ਆਪਣਾ ਮਨੋਰੰਜਨ ਬਣਾਇਆ ਸਾਧ ਸੰਗਤ 'ਚ। ਆਹ 4 ਛੁੱਟੀਆਂ ਨੇ ਤੇ ਚਲੋ ਫਿਰ ਤੁਰ ਆਈਏ ਚੱਲ ਕੇ, ਮਨੋਰੰਜਨ ਬਣਾਏ ਨੇ। ਕੋਈ ਪਤਾ ਨਹੀਂ ਕਿਸ ਮਰਿਆਦਾ ਨਾਲ ਤੀਰਥ ਯਾਤਰਾ ਕਰਨੀ ਹੈ, ਕੀ ਮਰਿਆਦਾ ਧਾਰਨ ਕਰਨੀ, ਇਸ ਗੱਲ ਦਾ ਕੋਈ ਪਤਾ ਨਹੀਂ। ਬਸ ਚੱਲੀ ਚਲੋ, ਕਿਉਂਕਿ ਤੁਹਾਡੇ ਕੋਲ ਸਾਧਨ ਆਮ ਨੇ, ਮਾਇਆ ਆਮ ਹੈ ਤੇ ਮਨੋਰੰਜਨ ਤੁਰੇ ਫਿਰਦੇ ਹੋ ਸਾਧ ਸੰਗਤ 'ਚ। ਕੁਛ ਨਹੀਂ ਗੁਰੂ ਦੇ ਪਿਆਰੋ। ਨਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਪੌਲਥੀ ਨਾਤੇ ਦੇ 2 ਪਾਚੜੇ ਸੋ ਸਗੋਂ ਗੁਨਾਹ ਹੀ ਬਣਨੇ ਪਏ ਸਾਧ ਸੰਗਤ 'ਚ, ਗੁਨਾਹ ਹੀ ਬਣਨੇ ਪਏ ਗੁਰੂ ਦੇ ਪਿਆਰੇ। ਇਹ ਤੇ ਵੇਖਣਾ ਨਾ, ਜਿਉਂ-ਜਿਉਂ ਤੀਰਥ ਯਾਤਰਾ ਕਰਨੇ ਆ ਪਏ, ਜਿਉਂ-ਜਿਉਂ ਧਾਰਮਿਕ ਸਥਾਨ ਬਣਾਉਂਦੇ ਆ ਪਏ, ਜਿਉਂ-ਜਿਉਂ ਸਤਸੰਗੀ ਬਣਨੇ ਆ ਪਏ, ਜਿਉਂ-ਜਿਉਂ ਆਪਣੇ ਧਰਮੀ ਖਵਾਉਂਦੇ ਆ ਪਏ, ਇਹ ਕਲਪਨਾ ਤੇ ਭੜਕਣਾ ਵੱਧਦੀਆਂ ਪਈ, ਘਟਦੀਆਂ ਨਹੀਂ ਪਈਆਂ ਸਾਧ ਸੰਗਤ ਜੀ। ਕਦੇ ਵੇਖਿਆ ਲਾਇਆ ਜੇ ਸਾਹਿਬ ਕਿਤੇ? ਇਹ ਕਲਪਨਾ ਭੜਕਣ ਵੱਧਦੀਆਂ ਘਟਦੀਆਂ ਨਹੀਂ ਪਈਆਂ, ਪਰ ਕਰਨੇ ਆ ਪਏ ਮਰਿਆਦਾ ਨਾਲ ਨਹੀਂ ਕਰਦੇ ਪਏ ਸਾਧ ਸੰਗਤ 'ਚ। ਮਨ ਮਰਜ਼ੀ ਨਾਲ ਕਰਨਾ ਪਏ, ਦਿਖਾਵਾ ਤੇ ਪਖੰਡ ਵਾਸਤੇ ਕਰਨੇ ਪਏ ਸਾਧ ਸੰਗਤ 'ਚ। ਕਹਿੰਦੇ ਨੇ ਨਾ ਤੂੰ ਆਵੇਂ ਵਸ ਤੀਰਥ ਨਹਾਈ ਹੈ, ਨਾ ਤੂੰ ਆਵੇਂ ਵਸ ਧਰਤੀ ਧਾਈ ਹੈ, ਨਾ ਤੂੰ ਆਵੇਂ ਵਸ ਬਹੁਤ ਸਿਆਣਪ ਹੈ। ਉਹ ਸਿਆਣਪਿਆਂ ਦੇ ਵਾਸਤੇ ਸਾਧ ਸੰਗਤ 'ਚ ਲੱਖ ਯਤਨ ਕਰ ਲਓ ਗੁਰੂ ਦੇ ਮਨ ਚੰਚਲਾ ਚਤਰਾਈ ਕਹਿੰਦੇ ਨਾ ਪਾਇਆ ਸਾਧ ਸੰਗਤ 'ਚ। ਨਾ ਤੂੰ ਆਵੇਂ ਵਸ ਵੇਦ ਪੜ੍ਹਾਵਣੇ, ਨਾ ਧਰਤੀ ਤੀਰਥ, ਨਾ ਤੂੰ ਆਵੇਂ ਵਸ ਧਰਤੀ ਧਾਈ ਹੈ, ਨਾ ਤੂੰ ਆਵੇਂ ਬਹੁਤ, ਨਾ ਤੂੰ ਵਸ ਬਹੁਤਾ ਦਾਨ ਦੇ। ਉਹ ਦਾਨ ਦੇ ਮੁਥਾਜ ਹੈ ਸਾਧ ਸੰਗਤ 'ਚ। ਜੇ ਉਹ ਦਾਨ ਦੇ ਮੁਥਾਜ ਹੋਵੇ ਤੇ ਫਿਰ ਗਰੀਬ ਬੰਦੇ ਤੇ ਕਿੱਥੇ ਜਾਣਾ ਗੁਰੂ ਦੇ ਪਿਆਰੇ? ਉਹ ਤੇ ਖਤਮ ਹੀ ਖਤਮ ਹੈ ਗਰੀਬ ਬੰਦਾ ਤੇ ਸਾਧ ਸੰਗਤ 'ਚ। ਨਾ ਤੂੰ ਆਵੇਂ ਵਸ ਅਗਾਮਾ ਗੋਚਰਾ, ਤੂੰ ਭਗਤਾਂ ਕੇ ਵਾਸਤੇ ਭਗਤਾਂ ਤਾਨ ਤੇਰਾ ਸਾਧ ਸੰਗਤ 'ਚ। ਆਹ ਜੇ ਗੱਲ ਗੁਰੂ ਦੇ ਪਿਆਰੇ। ਭਗਵਾਨ ਨੇ ਜਾ ਕੇ ਭਾਗ ਲਾਇਆ ਭਿਲਣੀ ਨੂੰ ਜਾ ਕੇ ਸਾਧ ਸੰਗਤ 'ਚ।
ਜਿਹੜੇ ਹਜ਼ਾਰਾਂ ਸਾਲ ਦੇ ਸੈਂਕੜੇ ਸਾਲ ਦੇ ਤਪੱਸੀ ਜਿਹੜੇ ਸੀ ਨਾ, ਇਸ ਗੱਲ ਦਾ ਉਡੀਕ ਕਰ ਕਦੋਂ ਭਗਵਾਨ ਆਉਣਗੇ ਤੇ ਆ ਕੇ ਦਰਸ਼ਨ ਦੇਣਗੇ। ਹੁਣ ਪਤਾ ਲੱਗਾ ਭਗਵਾਨ ਤੇ ਭਿੱਲਣੀਵਾਲ ਚਲੇ ਗਏ ਨੇ ਸਾਧ ਸੰਗਤ 'ਚ। ਜਾ ਕੇ ਦਰਸ਼ਨ ਕਰਦੇ ਨੇ, ਵਿਚਾਰ ਸਾਂਝੇ ਹੋਣ ਲੱਗੇ। ਕਹਿੰਦੇ ਨੇ ਭਗਵਾਨ ਅਸੀਂ ਬਹੁਤ ਦੁਖੀ ਹਾਂ। ਭਗਵਾਨ ਕਹਿੰਦੇ ਕਿਉਂ? ਅਖੇ ਪੰਪਾਸਰ ਸਰੋਵਰ 'ਚ ਕੀੜੇ ਪੈ ਗਏ ਨੇ, ਕਿਰਮ ਪੈ ਗਏ ਨੇ, ਤੇ ਪਹਿਲਾ ਪਾਣੀ ਜੀਵ ਹੈ ਜਿਤ ਹਰਿਆ ਸਭ ਕੋਈ, ਪਾਣੀ ਤੋਂ ਬਗੈਰ ਜੀਵਨ ਅਧੂਰਾ ਹੈ। ਕਿਸ ਤਰ੍ਹਾਂ ਕਰੋ, ਕਿਸ ਤਰ੍ਹਾਂ ਕਰੀਏ? ਭਗਵਾਨ ਕਹਿੰਦੇ ਕਿਸ ਤਰ੍ਹਾਂ ਕਰੀਏ? ਅਖੇ ਮਹਾਰਾਜ ਸਾਡੀ ਸ਼ਰਧਾ ਤੇ ਭਾਵਨਾ ਹੈ, ਆਪਣੇ ਚਰਨ ਧੋ ਕੇ ਪਾਓ ਸਾਧ ਸੰਗਤ 'ਚ, ਜਲ ਪਵਿੱਤਰ ਹੋ ਜਾਏਗਾ। ਮੈਂ ਆਪਣੀ ਕਾਰਡ ਤੁਹਾਨੂੰ ਦੇਣੀ ਹੈ ਤੁਹਾਡੇ ਅੱਗੇ ਸਾਧ ਸੰਗਤ। ਤੁਸੀਂ ਬੜਾ ਸੁਣਦੇ ਰਹੇ ਹੋ, ਬੜਾ ਸੁਣਿਆ ਹੋਵੇਗਾ ਅੱਗੇ ਤੁਸੀਂ ਇਤਿਹਾਸ। ਭਗਵਾਨ ਦੇ ਚਰਨ ਧੋ ਕੇ ਪਾਏ ਸਾਧ ਸੰਗਤ 'ਚ, ਜਲ ਨਾ ਸ਼ੁੱਧ ਹੋਇਆ। ਕਹਿੰਦੇ ਨੇ ਲਕਸ਼ਮਣ ਦੇ ਚਰਨ ਧੋ ਕੇ ਪਾਏ, ਜਲ ਨਾ ਸ਼ੁੱਧ ਹੋਇਆ। ਭਗਵਾਨ ਕਹਿੰਦੇ ਨੇ ਇਹ ਲਿਖਿਓ ਤੁਸੀਂ ਸੈਂਕੜੇ ਸਾਲ ਤਪ ਕੀਤਾ, ਹਜ਼ਾਰਾਂ ਸਾਲ ਤਪ ਕੀਤਾ, ਤੁਸੀਂ ਆਪਣੇ ਚਰਨ ਧੋ ਕੇ ਪਾਓ। ਹਾਂ ਕਹਿੰਦੇ 7 ਬਚਨ। ਸਭ ਨੇ ਆਪਣੇ ਚਰਨ ਧੋਤੇ, ਉਸ ਪੰਪਾਸਰ ਸਰੋਵਰ 'ਚ ਪਾਇਆ ਤੇ ਜਲ ਪਵਿੱਤਰ ਨਾ ਹੋਇਆ ਸਾਧ ਸੰਗਤ 'ਚ, ਪਵਿੱਤਰ ਨਾ ਹੋਇਆ। ਹੁਣ ਇਦੋਂ ਪਾ ਹੋਰ ਕੀ ਸੀ ਸਾਧ ਸੰਗਤ 'ਚ? ਹੁਣ ਕੀ ਬਣੇ? ਸਾਰੇ ਚਿੰਤਾ ਪ੍ਰਗਟ ਹੋ ਗਈ। ਭਗਵਾਨ ਕਹਿੰਦੇ ਨੇ ਇੱਕ ਗੱਲ ਹੈ, ਹੁਣ ਆਹ ਜਿਹੜੀ ਸਿਵਰੀ ਹੈ ਨਾ ਭਿੱਲਣੀ, ਇਹਦੇ ਚਰਨ ਧੋ ਕੇ ਪਾਓ ਸਾਧ ਸੰਗਤ 'ਚ, ਇਹਦੇ ਚਰਨ ਧੋ ਕੇ ਪਾਓ। ਹੁਣ ਉਹਦਾ ਪ੍ਰਸ਼ਾਵਨ ਨਹੀਂ ਲੈਣਾ ਚਾਹੁੰਦੇ, ਉਹਨੂੰ ਵੇਖਣਾ ਨਹੀਂ ਚਾਹੁੰਦੇ, ਚਰਨ ਕੋ ਧੋਂਦਾ ਸਾਧ ਸੰਗਤ 'ਚ। ਭਗਵਾਨ ਦੇ ਕਹਿਣ ਦੇ ਅਨੁਸਾਰ ਨਾ ਉਹਦੇ ਚਰਨ ਧੋਤੇ, ਉਸ ਪੰਪਾਸਰ ਸਰੋਵਰ 'ਚ ਪਾਏ, ਸਾਰੇ ਕਿਰਮ ਨਾਸ ਹੋ ਗਏ ਸਾਧ ਸੰਗਤ 'ਚ। ਜਲ ਕੰਚਨ ਵਰਗਾ ਹੋ ਗਿਆ, ਸ਼ੁੱਧ ਹੋ ਗਿਆ, ਸਾਫ਼ ਹੋ ਗਿਆ। ਸਾਰੇ ਹੈਰਾਨ, ਕਹਿੰਦੇ ਭਗਵਾਨ ਇਸ ਗੱਲ ਦੀ ਬੜੀ ਅਚੰਭਾ ਅਚਰਜ ਗੱਲ ਹੈ, ਆਪ ਦੇ ਚਰਨ ਧੋ ਕੇ ਪਾਏ ਨੇ, ਸ੍ਰੀ ਲਕਸ਼ਮਣ ਚਰਨ ਧੋ ਕੇ ਪਾਏ ਨੇ, ਵੱਡੇ ਵੱਡੇ ਸਾਧਨ ਚਰਨ ਧੋ ਕੇ ਪਾਏ ਨੇ, ਜਲ ਪਵਿੱਤਰ ਹੈ। ਤੇ ਇਹ ਇੱਕ ਨੀਚ ਜਾਤ ਹੈ, ਇੱਕ ਔਰਤ ਜਾਤ, ਇਹਦੇ ਚਰਨ ਧੋਣ ਦੇ ਨਾਲ ਜਲ ਪਵਿੱਤਰ ਹੋ ਗਿਆ। ਭਗਵਾਨ ਕਹਿੰਦੇ ਬਸ ਇਹੀ ਗੱਲ ਹੈ ਸਾਧ ਸੰਗਤ 'ਚ। ਇਹ ਕਾਰਨ ਮੈਰਜ ਕਰਨਾ ਪਿਆ, ਇਸ ਮਾਰੀ ਬਿਨ ਥਾਏ ਨਾ ਪਰੈ, ਕੋਟ ਕਰਮ ਜਾਪ ਤਪ ਕਰੈ ਸਾਧ ਸੰਗਤ 'ਚ। ਭਗਵਾਨ ਕਹਿੰਦੇ ਨੇ ਰਿਸ਼ੀਓ ਮੇਰੇ ਮਨ 'ਚ ਦੁਬਿਧਾ ਆ ਚੁੱਕੀ ਹੈ ਸਾਧ ਸੰਗਤ 'ਚ, ਮੇਰੇ ਮਨ 'ਚ ਦੁਬਿਧਾ ਆ ਚੁੱਕੀ ਹੈ। ਮੇਰੇ ਮਨ 'ਚ ਕਿਹਦੇ ਵਾਸਤੇ ਦੁਬਿਧਾ ਹੈ? ਰਾਵਣ ਦੇ ਵਾਸਤੇ ਸਾਧ ਸੰਗਤ 'ਚ, ਕਿਉਂਕਿ ਮੇਰਾ ਉਹਨੇ ਚੰਗਾ ਸਲੂਕ ਨਹੀਂ ਕੀਤਾ, ਮੇਰੀ ਔਰਤ ਚੁਰਾ ਕੇ ਲੈ ਗਿਆ। ਮੇਰੇ ਮਨ 'ਚ ਦੁਬਿਧਾ ਈਰਖ ਹੈ। ਆਹ ਜਿਹੜਾ ਲਕਸ਼ਮਣ ਹੈ ਇਹਦੇ ਮਨ 'ਚ ਈਰਖ ਹੈ ਮੇਘਨਾਥ ਦੇ ਵਾਸਤੇ ਸਾਧ ਸੰਗਤ 'ਚ। ਜਿਹੜੇ ਤੁਸੀਂ ਹੋ ਤੁਹਾਡੇ ਵਾਸਤੇ ਭਿੱਲਣੀ ਵਾਸਤੇ ਈਰਖ ਹੈ, ਭਿੱਲਣੀ ਦੇ ਮਨ 'ਚ ਕਿਸੇ ਦੀ ਈਰਖਾ ਨਹੀਂ ਸਾਧ ਸੰਗਤ 'ਚ। ਆਹ ਜੇ ਗੱਲ ਗੁਰੂ ਦੇ ਪਿਆਰੇ, ਜਿਹੜੀ ਭਿੱਲਣੀ ਹੈ ਨਾ ਇਹਦੇ ਵਾਸਤੇ ਕਿਸੇ ਦੇ ਮਨ 'ਚ ਈਰਖਾ ਨਹੀਂ। ਇਹਦੇ ਚਰਨ ਧੋਣਾ ਜਲ ਸਾਫ਼ ਹੋ ਗਿਆ ਸਾਧ ਸੰਗਤ 'ਚ। ਸੱਜਣੋ ਕਦੇ ਹਿਸਾਬ ਲਾਇਆ ਜੇ ਇਹਨਾਂ ਧਾਰਮਿਕ ਸਥਾਨਾਂ ਤੋਂ, ਇਹਨਾਂ ਪੂਜਾ ਪਾਠਾਂ ਸਾਨੂੰ ਸ਼ਾਂਤੀ ਕਿਉਂ ਨਹੀਂ ਆ ਰਹੀ ਅੱਜ ਸਾਧ ਸੰਗਤ ਜੀ? ਕਿਉਂ ਨਹੀਂ ਆ ਰਹੀ? ਈਰਖਾ ਦੁਬਿਧਾ ਦੇ ਸ਼ਿਕਾਰ ਆਪਾਂ ਸਾਧ ਸੰਗਤ 'ਚ, ਸ਼ਿਕਾਰ ਆ ਗੁਰੂ ਦੇ ਪਿਆਰੇ। ਇਹਨੂੰ ਆਪਾਂ ਖਤਮ ਕਰਨਾ ਸਾਧ ਸੰਗਤ 'ਚ। ਆਨੰਦਪੁਰ ਸਾਹਿਬ ਦਾ ਮੈਦਾਨੇ ਜੰਗ ਸ਼ੁਰੂ ਹੋਇਆ ਸਾਧ ਸੰਗਤ 'ਚ। ਦਸਮੇਸ਼ ਪਾਤਸ਼ਾਹ ਅੱਗੇ ਆ ਕੇ ਸ਼ਿਕਾਇਤ ਕੀਤੀ, ਆ ਕੇ ਫਰਿਆਦ ਕੀਤੀ ਔਰ ਆ ਕੇ ਦੋਸ਼ ਲਾਇਆ, ਮਹਾਰਾਜ ਅਸੀਂ ਤੇ ਮੈਦਾਨੇ ਜੰਗ ਦੇ ਵਿੱਚ ਸਿਰ ਧੜ ਦੀ ਬਾਜੀ ਲੱਗੀ ਹੈ, ਮਸਾਂ ਇਸਲਾਮ ਧਰਮ ਨੂੰ, ਮੁਸਲਮਾਨਾਂ ਨੂੰ ਮਾਰਨੇ ਆ, ਦੁਸ਼ਮਣਾਂ ਵੈਰੀਆਂ ਨੂੰ ਮਾਰਨੇ ਆ, ਤੇ ਭਾਈ ਕਨ੍ਹਈਆ ਇਹ ਪਾਣੀ ਪਿਆ ਕੇ ਫਿਰ ਉਹਨਾਂ ਨੂੰ ਜਿੰਦਿਆਂ ਕਰੀ ਜਾਂਦਾ ਪਿਆ। ਉਹ ਜਦੋਂ ਪਾਣੀ ਫਿਰ ਲੜਨ ਦੇ ਵਾਸਤੇ ਤਿਆਰ ਹੋ ਜਾਂਦੇ ਨੇ, ਉਹ ਅਸੀਂ ਮਸਾਂ ਉਹਨੂੰ ਧਰਤੀ ਤੇ ਸੁਪਟਕਾ ਕੇ ਮਾਰਨੇ ਆ। ਸਾਹਿਬ ਕਹਿੰਦੇ ਨੇ ਬੁਲਾਓ ਸਾਧ ਸੰਗਤ 'ਚ। ਬੁਲਾਇਆ, ਕਹਿੰਦੇ ਭਾਈ ਕਨ੍ਹਈਆ ਇਹ ਸਿੰਘ ਸ਼ਿਕਾਇਤ ਕਰਦੇ ਨੇ ਪਏ, ਦੋਸ਼ ਲਾਉਂਦੇ ਨੇ ਪਏ ਜੀ ਕਾਹਦਾ? ਕਹਿੰਦੇ ਨੇ ਤੂੰ ਦੁਸ਼ਮਣਾਂ ਨੂੰ ਪਾਣੀ ਪਿਆਈ ਜਾਂਦਾ ਪਿਆ। ਕਹਿੰਦਾ ਸੱਚੇ ਪਾਤਸ਼ਾਹ ਸਾਰੇ ਤੇਰਾ ਹੀ ਰੂਪ ਦਿਸਦਾ ਪਿਆ ਸਾਧ ਸੰਗਤ 'ਚ, ਸਾਰੇ ਤੂੰ ਹੀ ਦਿਸਣਾ ਪਿਆ, ਮੈਂ ਤਾਂ ਕਿਸੇ ਦੁਸ਼ਮਣ ਨੂੰ ਪਾਣੀ ਨਹੀਂ ਪਿਆਂਦਾ ਪਿਆ। ਸੱਚੇ ਪਾਤਸ਼ਾਹ ਸਿੱਖਾਂ ਵੱਲੋਂ ਵੇਖਿਆ, ਕਹਿੰਦੇ ਦੱਸੋ? ਸਾਰੇ ਚੁੱਪ। ਸੱਚੇ ਪਾਤਸ਼ਾਹ ਕਹਿੰਦੇ ਨੇ ਫਿਰ ਇਸ ਤਰ੍ਹਾਂ ਕਰ, ਆ ਲੈ ਇਹ ਮਲਮ ਤੇ ਨਾਲ ਜ਼ਖਮਾਂ ਤੋਂ ਹੀ ਲਾਈ ਜਾਇਆ ਕਰ ਸਾਧ ਸੰਗਤ 'ਚ, ਉਹਨਾਂ ਤੋਂ ਹੀ ਲਾਈ ਜਾਇਆ ਕਰ ਗੁਰੂ ਦੇ ਪਿਆਰੇ। ਜਾ ਭਾਈ ਕਨ੍ਹਈਆ ਤੇਰਾ ਪੰਥ ਚੱਲੇਗਾ ਸਾਧ ਸੰਗਤ 'ਚ। ਸੇਵਾ ਪੰਥ ਦਾ ਪੰਥ ਚੱਲਦਾ ਪਿਆ ਹੁਣ ਗੁਰੂ ਦੇ ਪਿਆਰੇ। ਦੁਬਿਧਾ ਸਾਧ ਸੰਗਤ 'ਚ। ਮੈਂ ਇਸ਼ਾਰਾ ਕਰਦਾ ਸਤਿਗੁਰੂ ਕੀ ਕਰਦਾ ਹੈ।
मैनू ना दास नूं साध संगत च दिल्ली बुलाया गया। कोठी तुहानूं पता ही जिहड़ी सच्चे पातशाह वास्ते साध संगत ने कृपा की है, उस कोठी च मैं पूर्वज नूं आख्या जी दास हाज़र हो गया, कोई कारण सी बनिया साध संगत च। हाँ जी रिकॉर्ड हुंदा वेखिया। उत्थे ना जदों बुलाया तो पूर्वज आखणगे अच्छा मैं अर्ज कर देना जी। जाके अर्ज की जी, जो सी ना पंथ के मुखीए उत्थे इकट्ठे हो गए सारे साध संगत च, जिन्हां दे पैर पताल च ते सिर आकाश नूं लगा सी साध संगत च, सब से इकट्ठे हो गए। मैनूं बुला लिया अंदर, आज तू भी आ जा भाई। सच्चे पातशाह जी मंजे ते पलंग ते बिराजमान सन साध संगत च। इस तरह करके उत्ते अपना बाजू हथ रखिया ते बिराजमान सच्चे पातशाह मैनू कहन लगे इस तरह भई तेनू 6 महीने का बैन है, तेनू डांडा तेनू 6 महीने का जी। मैं हथ जोड़ छड़े जी, 7 बचन जी कोलों दूजा को रहा, तू पिंडों बाहर नहीं निकलना, 7 बचन जी। होर को इधरों कोया कहते जे इस तरह तेरा कोई मर जाए, तेरा कोई जम पे, तेरे कोई विआह शादी होवे, तू अपने पिंड की सीमा नहीं टप्पनी। 7 बचन जी। बहुत लंबी चौड़ी गल आप ना करिए। जो सारी गल मैं 7 बचन आख्या ना तो मैं 7 मिनट करके तुरन लगा ना, तो सच्चे पातशाह कहते पंडित जी, मैं जी महाराज ये तेरे रिजक का दाता मैं वा, तेरा साध संगत च तेरे रिजक का दाता मैं हाँ। ये आखी जाने सीमा ना टप्पी तू। उस तरह एहसास सतगुरु मैं कर दिया। सतगुरु ये बेनत जे गुरु दे प्यारे, सतगुरु ही करदा दुबदा तो दूर करदा, अपन साध संगत च दूर करदा गुरु दे प्यारे। इस वादस प्राप्त करदा पिया, इस मारी बिन थाए ना परै, कोट कर्म जाप तप करै साध संगत च। ਇਹਦਾ त्याग करो गुरु दे प्यारे। भगवान कहते ने ਇਹਦੇ मन च कोई ईर्खा नहीं, साडे सबना दे मन च दुबदा साध संगत च। इस वास्ते सज्जनों ऐ साडे कर्म धर्म सानू सुख शांति आराम नहीं मिलता पिया साध संगत जी। क्यों? ईर्खा दुबदा दे भरे हैं साध संगत च, भरे हैं गुरु दे प्यारे। इस वास्ते आप इहनूं छड्डना। ये जिहड़े सी राज करदे सी भी सोडी गुरु दे प्यारे हो, इन्हां ने की कीता, उस पत्रक ते लिख दिता भी असां अज तो लैके सारा कुछ छड्डिया। चलियो दूत काशी मह आयो, ज्यों गुरु दे प्यारे चलिया काशी पहुंच गया। सब वेदी को भेत सुनायो, जेड़े बेदी पाठ करदे सी बेदां दा पे सारिआं नूं इकट्ठियां कीता ते जो हुक्मनामा सी ओ बेनती सी सारिआं नूं सुना दी, दस दिती। मदर देश बेदी सब आए, सारे जिहड़े सी ना बेदियां ने जदों आख्या भी ईरखा दुबदा छड़ दिती है, ते हजूर पातशाह कहंदे ने होए एकत्र मिलो मेरे भाई, दुबदा दूर करो लिव लाए। हर नामे की होवो जोड़ी, गुरमुख बैसो सफा बिछाए, इन बिद पासा ढालो बीर। ऐस पासे आओ बीर, किन्नी मिठी शब्द बीरो, ऐ मेरे प्यारे हो ऐस पासे आओ साध संगत जी। अथवा हजूर पातशाह कहते ने बिसर गई सब तात पर आई। कितना कमाल जी। जब ते साध संगत मोहे पाई, ना कोई वैरी नहीं बेगाना, सगल संग हमको बने आई। साहबा ने ते गल लिखी है ते असी पढ़िए, साड़ी शुरू हो गई साध संगत च। असी ये लिखिए गुरु दे प्यारे, साड़ी शुरू हो जाती साध संगत च। इस वास्ते जदों उन्हां बेदियां ने पढ़िया सुनिया भई ईरखा दुबदा दी लेस जिहड़ी छड़ दिती है, वो भी सज्जनों सुन के बड़े प्रसन्न होए। तीन प्रणाम निरपंग मन लाए, उस दूत दे नाल ही चल पे गुरु दे प्यारो। आके जिहड़ा राजा बैठा सी ना मौके दा समा के काल राय राजा, ओनू आके नमस्कार कीती। निरपंग वेदता ते सुने, सुंदर सभा बनाए। आज जिस तरह तुहाडी सभा सजी ने सभा सज गई साध संगत च। राजा कहता ऐ बेदियो, ऐ पंडितो, अपने बेदां दा पाठ सुनाओ। पढ़न बेद बेदी लगे, ऊंची सुर सुख पाए। बेदी अपने रंग च लागे बेदां दा पाठ करन साध संगत च। सज्जनों ये बड़ी वड्डी गल है गुरु दे प्यारे। जदों आपां अंदरों बाहरों होके पढ़ांगे ना, उहदा स्वाद आवेगा साध संगत च, उहदा स्वाद आउंदा गुरु दे प्यारे, उहदे खिच पैंदी साध संगत जी। ते जे निरा विहार ही अपना माया कमाणी है,
ਉਹ ਵੱਖਰੀ ਗੱਲ ਹੈ। ਜਿਹੜਾ ਪਿਆਰ ਨਾਲ ਪੜ੍ਹਨਾ ਹੈ, ਪਿਆਰ ਨਾਲ ਸੁਣਨਾ ਹੈ, ਇਹਦੇ 'ਚ ਬੜਾ ਅੰਤਰ ਗੱਲ ਆ ਜਾਂਦਾ ਸਾਧ ਸੰਗਤ 'ਚ। ਬੜੀ ਉੱਚੀ ਸੁਰ ਦੇ ਨਾਲ ਇਹ ਬੇਦੀ ਲੱਗੇ ਵੇਦਾਂ ਦਾ ਪਾਠ ਕਰਨ। ਸਾਮ ਜੁਜਰ ਦੋਏ ਵੇਦ ਸੁਣਾਏ, ਸ਼ਾਮ ਵੇਦ ਜੁਜਰ ਵੇਦ ਇਹਨਾਂ ਦੋਨਾਂ ਪਾਠਾਂ ਦੇ ਅਰਥ ਸਮਝਾਏ। ਪੜ ਰਿਗ ਵੇਦ ਭਾਵ ਕਰ ਪਾਏ, ਜਿਹੜਾ ਕਿ ਤੀਸਰਾ ਰਿਗ ਵੇਦ ਸੀ ਉਹ ਗੁਰੂ ਦੇ ਪਰ ਪੜਿਆ ਤਾਂ ਉਹਦਾ ਬੋਧ ਅਰਥ ਸੁਣਾਇਆ ਰਾਜਿਆਂ ਨੂੰ। ਅਥਰਵਣ ਵੇਦ ਜਬ ਤਾਹੇ ਸੁਣਾਇਓ, ਜਦੋਂ ਚੌਥਾ ਵੇਦ ਅਥਰਵਣ ਵੇਦ ਇਹਨਾਂ ਬੇਦੀਆਂ ਨੇ ਪਾਠ ਕਰਕੇ ਸੁਣਾਇਆ। ਰੀਜ ਭੂਪ ਨਿਜ ਮੌਲ ਚੁਕਾਇਓ, ਰਾਜਾ ਬੜਾ ਪ੍ਰਸੰਨ ਹੋਇਆ ਸਾਧ ਸੰਗਤ 'ਚ, ਬੜਾ ਖੁਸ਼ ਹੋਇਆ ਗੁਰੂ ਦੇ ਪਿਆਰੇ ਇਹਨਾਂ ਬੇਦੀਆਂ ਤੇ ਇਹਨਾਂ ਦੇ ਪਾਠ ਸੁਣਾਉਣ ਦੇ ਨਾਲ ਬਹੁਤ ਪ੍ਰਸੰਨ ਹੋਇਆ, ਬਹੁਤ ਖੁਸ਼ ਹੋਇਆ। ਰਾਜ ਸਾਜ ਸਾਬੀ ਤੇ ਦੀਨਾ, ਭਾਈ ਸਾਹਿਬ ਜੀ ਕਹਿੰਦੇ ਨੇ ਸਾਰਾ ਹੀ ਰਾਜ ਪੱਗ ਅਰਪਣ ਕਰਤਾ ਸਾਧ ਸੰਗਤ 'ਚ। ਇਹ ਚੀਜ਼ ਤੁਹਾਡੀ ਐਸੀ ਗੁਰੂ ਦੇ ਪਿਆਰੇ ਵੇਖਿਆ ਤੁਸੀਂ ਜਦੋਂ ਕਿਤੇ ਸ੍ਰੀ ਸਾਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਕੋ ਰਾਗ ਸੁਣਾਉਂਦਾ ਨਾ ਤੇ ਫਿਰ ਕਿੰਨੇ ਕੁ ਪ੍ਰਸੰਨ ਹੁੰਦੇ ਸਾਧ ਸੰਗਤ 'ਚ, ਕਿੰਨੇ ਖੁਸ਼ ਹੁੰਦੇ ਨੇ ਗੁਰੂ ਦੇ ਪਿਆਰੇ। ਸ੍ਰੀ ਸਾਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਕਹਿੰਦੇ ਨੇ ਹਰੇਕ ਬੱਚੇ ਦੇ ਵਿੱਚੋਂ ਰਾਗ ਦੀ ਖੁਸ਼ਬੂ ਹੋਣੀ ਚਾਹੀਦੀ ਸਾਧ ਸੰਗਤ 'ਚ। ਕਿੰਨੀ ਮਾਨਤਾ ਦਿੰਦੇ ਨੇ ਗੁਰੂ ਦੇ ਪਿਆਰੇ। ਜਦੋਂ ਇਹਨਾਂ ਬੇਦੀਆਂ ਨੇ ਪਾਠ ਸੁਣਾਇਆ ਉਹਨਾਂ ਨੇ ਸਾਰਾ ਰਾਜ ਭਾਗ ਹੀ ਅਰਪਣ ਕਰ ਦਿੱਤਾ। ਜੋਗ ਪੀਸ ਆਪਣ ਤਨ ਲੀਨਾ, ਜੋਗੀ ਦਾ ਭੇਸ ਧਾਰਨ ਕਰ ਲਿਆ ਸਾਧ ਸੰਗਤ 'ਚ। ਇਹ ਗੱਲ ਨਹੀਂ, ਇਹ ਬੜੀ ਵੱਡੀ ਪਰੰਪਰਾ ਜੇ ਸਾਧ ਸੰਗਤ 'ਚ। ਇੱਕ ਸਮੇਂ ਨਾ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਪਣੀ ਮਰਜ਼ੀ ਆਪਣੇ ਰਜਾ 'ਚ ਆ ਗਏ। ਕਹਿੰਦੇ ਨੇ ਸਾਧ ਸੰਗਤ ਜੀ ਕੋਈ ਜਪਜੀ ਸਾਹਿਬ ਦਾ ਸ਼ੁੱਧ ਪਾਠ ਸੁਣਾਓ ਸਾਧ ਸੰਗਤ 'ਚ। ਮੈਂ ਗੱਲ ਫੇਰ ਕਿਤੇ ਥੋੜ੍ਹੀ ਥੋੜ੍ਹੀ ਇਸ਼ਾਰਾ ਕਰੀ ਜਾਵਾਂਗਾ, ਹੁਣ ਮੈਂ ਗੱਲ ਇਹ ਤੁਹਾਨੂੰ ਮੁੱਖ ਰੱਖਣੀ ਹੈ। ਸਾਰੇ ਚੁੱਪ। ਇੱਕ ਭਾਈ ਗੋਪਾਲਾ ਸੀ ਸਾਧ ਸੰਗਤ 'ਚ, ਕਹਿੰਦਾ ਸੱਚੇ ਪਾਤਸ਼ਾਹ ਮੈਨੂੰ ਹੁਕਮ ਹੋਵੇ ਤੇ ਮੈਂ ਪਾਠ ਸੁਣਾਵਾਂ। ਕਹਿੰਦੇ ਸੁਣਾ। ਭਾਈ ਗੋਪਾਲਾ ਨੇ ਇੱਕ ਰਸ ਹੋ ਕੇ ਨਾ ਜਪਜੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰਤਾ ਸਾਧ ਸੰਗਤ 'ਚ। 38 ਪੌੜੀਆਂ ਪੜ੍ਹ ਦਿੱਤੀਆਂ ਗੁਰੂ ਦੇ ਪਿਆਰੇ। ਜਦੋਂ ਇਹ ਪੌੜੀਆਂ ਪੜ੍ਹੀਆਂ ਨਾ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਅਤ ਪ੍ਰਸੰਨ ਪਏ ਸਤਿਗੁਰੂ ਸੁਣ ਕੇ ਪਾਠ ਨਿਰਧਾਰ, ਨਿਜ ਮਨ ਮੈਂ ਐਸੇ ਕਹਾ ਕਿਆ ਦੇਵਾਂ ਮੈਂ ਵਾਰ। ਇਹ ਜਿਹੜਾ ਇਹਨੇ ਸ਼ੁੱਧ ਪਾਠ ਸੁਣਾਇਆ ਮੈਂ ਕੀ ਦਿਆਂ ਇਹਨੂੰ ਹੁਣ। ਕਹਿੰਦੇ ਨੇ ਨਿਜ ਗੁਰ ਆਈ ਤਖਤ ਕੋ ਦੀਜੈ ਜੋ ਵਸਤੂ ਜਾਕੀ ਹੁਤੀ, ਇਸ ਸਮਤਾ ਨਾ ਕੋਏ, ਇਸ ਸਮਤਾ ਨਾ ਪਾਏ, ਨਿਜ ਗੁਰਿਆਈ ਤਸ ਕੋ ਦੀ ਜਾਈ ਸਹਿ ਬਿਠਾਏ ਸਾਧ ਸੰਗਤ 'ਚ। ਜੋ ਦੁਨੀਆ ਦੀ ਚੀਜ਼ਾਂ ਦੇ ਬਰਾਬਰ ਨਹੀਂ ਆ ਸਕਦੀ, ਆਹ ਤਖਤ ਇਹਨੂੰ ਅਰਪਣ ਕਰ ਦੇਣਾ ਸਾਧ ਸੰਗਤ 'ਚ। ਧਿਆਨ ਦਿਓ ਜੀ ਗੱਲ ਦਾ ਗੁਰੂ ਦੇ ਪਿਆਰੇ। ਇਹ ਨਹੀਂ, ਇਹ ਤੁਹਾਡਾ ਗੁਰੂ ਪਰੰਪਰਾ ਵੀ ਇਤਿਹਾਸ ਕਹਿੰਦਾ ਪਿਆ ਸਾਧ ਸੰਗਤ ਜੀ। ਕਹਿੰਦੇ ਨੇ ਨਿਜ ਮਾਇਆ ਕੋ ਜਾਣ ਕੇ ਜਦੋਂ ਸੱਚੇ ਪਾਤਸ਼ਾਹ ਸਮਝਿਆ ਨਾ ਵੀ 38 ਪੌੜੀਆਂ ਨੇ ਸ਼ੁੱਧ ਪਾਠ ਪੜ੍ਹ ਦਿੱਤਾ ਹੈ ਤੇ ਸੱਚੇ ਪਾਤਸ਼ਾਹ ਆਸਨ ਛੱਡਣ ਦੇ ਵਾਸਤੇ ਨਾ ਉੱਥੋਂ ਆਪਣਾ ਗੋਡਾ ਚੁੱਕਿਆ ਸਾਧ ਸੰਗਤ 'ਚ। ਇੱਥੋਂ ਉੱਠ ਕੇ ਆਸਨ ਖਾਲੀ ਕਰਨਾ, ਇਹਨੂੰ ਸਿੱਖ ਨੂੰ ਇੱਥੇ ਬਿਠਾਣਾ। ਹੁਣ ਇਹ ਗੁਰੂ ਨਾਨਕ ਦੇ ਤਖਤ ਤੇ ਸਾਧ ਸੰਗਤ 'ਚ ਤੁਹਾਡੀ ਬਾਣੀ ਦੀ ਨਹੀਂ ਮਹਾਨਤਾ ਸਾਧ ਸੰਗਤ 'ਚ। ਇਹਨੂੰ ਜਿੰਨਾ ਹੁੰਦਾ ਸਤਿਕਾਰ ਨਾ ਕਰਿਆ ਕਰੋ, ਸਤਿਕਾਰ ਨਾ ਪੜ੍ਹਿਆ ਕਰੋ, ਸ਼ੁੱਧ ਪਾਠ ਕਰਨ ਦਾ ਆਪਾਂ ਯਤਨ ਕਰੀਏ ਸਾਧ ਸੰਗਤ 'ਚ। ਕਹਿੰਦੇ ਨਿਜ ਮਾਇਆ ਕੋ ਜਾਣ ਕੇ ਬੋਲੇ ਗੁਰ ਕਰਤਾਰ, ਤੇ ਅਟਲ ਰਾਜ ਦੇਣ ਲੱਗੇ ਕਿਆ ਕੀਨੀ ਆਕਾਰ। ਜਦੋਂ ਸੱਚੇ ਪਾਤਸ਼ਾਹ ਨੇ ਗੋਡਾ ਚੁੱਕਿਆ ਨਾ ਤੇ ਉਹ ਸਿੱਖ ਦੀ ਜਿਹੜੀ ਮਨ ਦੀ ਅਵਸਥਾ ਸੀ ਨਾ ਉਹ ਬਦਲ ਗਈ ਸਾਧ ਸੰਗਤ 'ਚ। ਸਾਹਿਬਾਂ ਨੇ ਇਹਨਾਂ ਦਿਨਾਂ ਦੇ ਵਿੱਚ ਨਾ ਘੋੜੇ 5 ਕਾਬਲ ਤੋਂ ਮੰਗਾਏ ਸਨ ਸਾਧ ਸੰਗਤ 'ਚ। ਇੱਕ ਘੋੜਾ ਭਾਈ ਬਿਧੀ ਚੰਦ ਨੂੰ ਦੇ ਦਿੱਤਾ ਸੀ, ਇੱਕ ਘੋੜਾ ਭਾਈ ਪੈਦੇ ਖਾਂ ਨੂੰ ਦੇ ਦਿੱਤਾ ਸੀ, ਇੱਕ ਘੋੜਾ ਭਾਈ ਗੁਰਦਿੱਤਾ ਜੀ ਨੂੰ ਦੇ ਦਿੱਤਾ ਸੀ। 2 ਘੋੜੇ ਸੱਚੇ ਪਾਤਸ਼ਾਹ ਨੇ ਆਪਣੇ ਪਾਸ ਰੱਖੇ ਸਨ ਤੇ ਸਿੱਖ ਦੀ ਮਨ ਦੀ ਅਵਸਥਾ ਬਣ ਗਈ। ਇੱਕ ਘੋੜਾ ਜੇ ਮੈਨੂੰ ਦੇ ਦੇਣ ਤੇ ਬੜਾ ਚੰਗਾ ਸਾਧ ਸੰਗਤ 'ਚ, ਉਹ ਮੈਨੂੰ ਦੇ ਦੇਣ ਬੜਾ ਚੰਗਾ ਹੈ। ਕਹਿੰਦੇ ਨੇ ਨਿਜ ਮਾਇਆ ਕੋ ਜਾਣ ਕੇ ਬੋਲੇ ਗੁਰ ਕਰਤਾਰ, ਅਟਲ ਰਾਜ ਦੇਣੇ ਲੱਗਾ ਕਿਆ ਕੀਨੀ ਹੈ ਕਾਰ। ਉਹ ਇਹ ਕੀ ਕਰ ਦਿੱਤਾ ਜੀ। 2 ਪੌੜੀ ਬਾਕੀ ਹੁਤੀ ਜੇ ਤੁਮ ਸ਼ੁੱਧ ਆਚਾਰ, ਗੁਰੂ ਨਾਨਕਾ ਤਖਤ ਸੋਲੀ ਤੋਂ ਤਤਕਾਲ ਸਾਧ ਸੰਗਤ 'ਚ। ਉਹ ਜਿਹੜੀਆਂ 2 ਪੌੜੀਆਂ ਰਹਿੰਦੀਆਂ ਸੀ ਨਾ, ਜੇ ਤੂੰ ਸ਼ੁੱਧ ਪੜ੍ਹ ਦਿੰਦਾ ਨਾ ਤੇ ਆ ਗੁਰੂ ਨਾਨਕ ਦਾ ਤਖਤ ਹੁਣੇ ਤੈਨੂੰ ਦੇ ਦੇਣਾ ਸੀ ਸਾਧ ਸੰਗਤ 'ਚ। ਤੁਹਾਡੇ ਬਾਣੀ ਦੀ ਇੰਨੀ ਮਹਾਤਮਾ, ਇੰਨਾ ਵਿਸ਼ੇਸ਼ਤਾ ਸਾਧ ਸੰਗਤ 'ਚ। ਇਸ ਵਾਸਤੇ ਜਦੋਂ ਬੇਦੀਆਂ ਨੇ ਪਾਠ ਸੁਣਿਆ ਨਾ ਗੁਰੂ ਦੇ ਪਿਆਰਿਓ,
ਸਾਰਾ ਰਾਜ ਅਰਪਣ ਕਰ ਦਿੱਤਾ। ਘਣੇ ਲੋਗ ਤਬ ਹੋਰਨ ਲਾਗੇ। ਜਿਹੜੇ ਸੀ ਪ੍ਰਜਾ ਵਾਸੀ ਉਹਨਾਂ ਨੇ ਬੜਾ ਯਤਨ ਕੀਤਾ ਭਈ ਤੁਸੀਂ ਇਸ ਤਰ੍ਹਾਂ ਕਰੋ, ਰਾਜ ਭਾਗ ਦਾ ਤਿਆਗ ਨਾ ਕਰੋ, ਜੰਗਲਾਂ ਨੂੰ ਨਾ ਜਾਓ, ਤੇ ਤੁਸੀਂ ਇਹਨਾਂ ਨੂੰ ਹੋਰ ਬੜੀਆਂ ਪਦਾਰਥ ਨੇ ਦੇਣ ਵਾਸਤੇ ਦੇ ਦਿਓ। ਪ੍ਰਭੂ ਪ੍ਰੇਮ ਤਨ ਧਾਮ ਤਿਆਗੇ। ਪ੍ਰਭ ਪਰ ਉਹ ਐਸੇ ਰੰਗ ਚ ਆਏ ਸੰਸਾਰ ਸੰਗਤ ਚ, ਐਸੇ ਵਿਰਾਗ ਚ ਆਏ ਸਨ ਗੁਰੂ ਦੇ ਪਿਆਰਿਓ, ਉਹਨਾਂ ਨੇ ਇਸ ਪ੍ਰਸੰਨਤਾ ਦੇ ਉੱਤੇ ਆ ਕੇ ਆਪਣਾ ਧਰਮ ਵੀ, ਆਪਣਾ ਰਾਜ ਵੀ ਤੇ ਆਪਣਾ ਧਾਮ ਵੀ ਤਿਆਗ ਦਿੱਤਾ। ਜੋਗ ਪੀਸ ਤਨ ਧਾਰ ਕੈ ਲਵੀ ਚਲੇ ਬਨ ਔਰ। ਜਿਹੜੇ ਲਵੀ ਦੀ ਕਸ਼ੂ ਸੀ, ਜਿਹੜੀ ਸੀ ਨਾ ਕੁੱਲ, ਉਹ ਗੁਰੂ ਦੇ ਪਿਆਰੇ ਜੰਗਲ ਨੂੰ ਚੱਲ ਪਏ। ਭਾਈ ਰਾਜ ਬੇਦੀ ਤਬ ਪਾਖੇ ਬਚਨ ਬਹੋਰ। ਉਹ ਜਿਹੜੇ ਬੇਦੀ ਸੀ ਨਾ, ਉਹਨਾਂ ਨੇ ਰਾਜ ਕਰਨਾ ਸ਼ੁਰੂ ਕਰ ਦਿੱਤਾ, ਭਾਵ ਉਹ ਰਾਜ ਤੇ ਬੈਠ ਗਏ ਤੇ ਉਹ ਲੱਗੇ ਬਚਨ ਕਰਨ, ਜਿਹੜੇ ਕਿ ਜੰਗਲਾਂ ਨੂੰ ਚੱਲੇ ਸੀ ਕਸ਼ੂ ਦੀ ਬੰਸ ਦੇ। ਰਾਜ ਸਾਜ ਬੇਦੀਓ ਮਨ ਮੈਂ ਅਤ ਸੁਖ ਪਾਏ। ਜਦੋਂ ਰਾਜ ਮਿਲ ਜੇ ਤੇ ਥੋੜੀ ਖੁਸ਼ੀ ਹੁੰਦੀ ਸਾਧ ਸੰਗਤ ਚ। ਇਹਨਾਂ ਬੇਦੀਆਂ ਨੂੰ ਰਾਜ ਮਿਲ ਗਿਆ, ਮਨ ਚ ਬੜੀ ਪ੍ਰਸੰਨਤਾ ਹੋਈ। ਤਾਂ ਕੋ ਬਰ ਐਸਾ ਦਿਓ ਸੁਣ ਵਿਦਿਆ ਮਨ ਲਾਏ। ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਵਿਧੀ ਚੰਦ ਸੁਣ ਅੱਗੋਂ ਕੈਸਾ ਇਤਿਹਾਸ ਹੈ। ਸੁਣ ਵਿਦਿਆ ਮਨ ਲਾਏ ਬੈਣ ਅਸ ਬੇਦੀ ਗਾਇਓ। ਉਹ ਜਿਹੜੇ ਰਾਜ ਤੇ ਬੈਠੇ ਸੀ ਨਾ ਬੇਦੀ, ਉਹ ਜਿਹੜੇ ਸੀ ਨਾ ਚੱਲੇ ਜੰਗਲਾਂ ਨੂੰ ਰਾਜ ਭਾਗ ਦਾ ਤਿਆਗ ਕਰਕੇ, ਬੇਦੀ ਉਹਨਾਂ ਨੂੰ ਮੁਖਾਤਬ ਕਰਦੇ ਨੇ। ਚਤਰ ਬੇਦ ਸੁਣ ਰਾਜ ਮੋਏ ਤੁਮ ਦਇ ਹਰ ਖਾਇਓ। ਤੁਸਾਂ 4 ਬੇਦ ਸੁਣ ਕੇ ਤੇ ਰਾਜ ਦਾ ਤਿਆਗ ਕਰਤਾ, ਤੁਸਾਂ ਸਾਨੂੰ ਰਾਜ ਦੇ ਦਿੱਤਾ ਹੈ। ਤੀਨ ਜਨਮ ਹਮ ਕਲ ਮੈਂ ਜਬ ਹੂੰ ਪਾਹੇਂਗੇ। ਭਾਈ ਇਸ ਤਰ੍ਹਾਂ ਗੱਲ ਹੈ ਭਈ ਹੁਣ ਕਲਯੁਗ ਦਾ ਸਮਾਂ ਆਵੇਗਾ, ਸਭ ਧਿਆਨ ਦਿਓ ਜੇ, ਮੈਂ ਤੁਹਾਨੂੰ ਗੁਰੂ ਬੰਸਾਵਲੀ ਸੁਣਾਣਾ ਪਿਆ। ਕਲਯੁਗ ਦਾ ਸਮਾਂ ਆਵੇਗਾ ਤੇ ਅਸੀਂ 3 ਜਿਹੜੇ ਸਾਡੇ ਰਾਜ ਨੇ ਅਸੀਂ ਹੋਰ ਕਰਾਂਗੇ। ਜਗਤ ਪੂਜ ਕਰ ਗੁਰੂ ਤੋਹੀ ਠਹਿਰਾਹੇਂਗੇ। ਉਹਨਾਂ 3 ਤੋਂ ਬਾਅਦ ਇਹ ਜਿਹੜਾ ਤੁਸਾਂ ਰਾਜ ਸਾਨੂੰ ਦਿੱਤਾ ਨਾ, ਤੁਹਾਨੂੰ ਵਾਪਸ ਕਰ ਦਿਆਂਗੇ। ਜਿਹੜੇ ਕਿ ਸੋਢੀ ਗੁਰੂ ਦੇ ਪਿਆਰੋ ਜੰਗਲਾਂ ਨੂੰ ਚੱਲ ਪਏ ਸੀ ਰਾਜ ਦੇ ਕੇ, ਵੇਦਾਂ ਦੀ ਕਥਾ ਸੁਣ ਕੇ। ਜਬ ਕਲ ਮੈਂ ਹਮ ਆਏ ਕੈ ਗੁਰੂ ਨਾਨਕ ਬਪਤਾਰ। ਕਲਯੁਗ ਦਾ ਸਮਾਂ ਹੋਵੇਗਾ, ਗੁਰੂ ਨਾਨਕ ਪੈਗੰਬਰ ਹੋਣਗੇ, ਕਲਯੁਗ ਦੇ ਸਮੇਂ ਚ ਰਹਿ ਪਰ ਅਵਤਾਰ ਆਉਣਗੇ। ਚਤਰ ਗੁਰੂ ਤੋ ਕੋ ਕਰੋ ਸੁਣ ਸੋਢੀ ਹਰ ਖਾਰ। ਇਹ ਜਿਹੜਾ ਸੀ ਨਾ ਚੌਥਾ ਰਾਜ ਸੋਢੀਓ, ਇਹ ਫਿਰ ਤੁਹਾਨੂੰ ਦੇ ਦਿਆਂਗੇ। ਜਦੋਂ ਇਹ ਸੋਢੀਆਂ ਨੇ ਗੱਲ ਸੁਣੀ, ਉਹ ਬੜੇ ਪ੍ਰਸੰਨ ਹੋਏ। ਸੋਢੀ ਪੀਥ ਜੋਗ ਕੋ ਲੀਨੋ। ਇਹਨਾਂ ਬੇਦੀਆਂ ਨੇ ਵਰ ਦਿੱਤਾ, ਇਹ ਬਚਨ ਕੀਤਾ, ਜਿਹੜੇ ਸੋਢੀ ਸੀ ਗੁਰੂ ਦੇ ਪਿਆਰੇ, ਹੋਏ ਜੰਗਲਾਂ ਨੂੰ ਚੱਲ ਪਏ। ਬੇਦੀ ਰਾਏ ਰਾਜ ਜਗ ਕੀਨੋ। ਇਹ ਜਿਹੜੇ ਬੇਦੀ ਸੀ ਨਾ, ਜਿਨ੍ਹਾਂ ਨੇ ਵੇਦਾਂ ਦਾ ਪਾਠ ਕੀਤਾ ਸੀ, ਉਹ ਰਾਜ ਕਰਨਾ ਸ਼ੁਰੂ ਕੀਤਾ। ਚਤਰ ਸਾਲ ਸੁਦਤਾ ਕਾ ਜਾਨ। ਸੁਣਿਓ ਜੇ ਸਾਰੇ, ਧਿਆਨ ਦਿਓ ਜੇ ਸਾਧ ਸੰਗਤ ਜੀ। ਇਹਨਾਂ ਦੇ ਵਿੱਚੋਂ ਇੱਕ ਰਾਜਾ 4 ਸਾਲ ਹੋਇਆ ਹੈ। ਸਭੀ ਜਗਤ ਤੇ ਮਾਨ ਧਿਆਨ। ਜਿਹਨੇ ਸਾਰੇ ਸੰਸਾਰ ਤੇ ਆਪਣਾ ਰਾਜ ਕੀਤਾ। ਤੇ ਸੁਤ ਲੋਪ ਰਾਏ ਤੇ ਨਾਮ। ਉਹਦਾ ਪੁੱਤਰ ਫਿਰ ਲੋਪ ਰਾਏ ਹੋਇਆ 4 ਸਾਲ ਦਾ। ਸਾਹਣ ਮਾਲ ਤੇ ਸੁਤ ਅਬਰਾਮ। ਉਸ ਲੋਪ ਰਾਏ ਦਾ ਪੁੱਤਰ ਅੱਗੋਂ ਸਾਹਣ ਮੱਲ ਹੋਇਆ। ਤੇ ਸੁਤ ਕਾਲੂ ਪਇਓ ਉਦਾਰਾ। ਉਹਦਾ ਸਾਵਣ ਮੱਲ ਸੀ ਨਾ, ਉਹਦਾ ਪੁੱਤਰ ਫਿਰ ਕਾਲੂ ਹੋਇਆ। ਜਿਹ ਲਗ ਪਾਵਨ ਕੁਲ ਪਇਓ ਸਾਰਾ। ਜਦੋਂ ਇਹ ਕਾਲੂ ਆਇਆ, ਜਿਸ ਕਾਲੂ ਦੇ ਇਸ ਪ੍ਰਗਟਣ ਦੇ ਨਾਲ ਇਹ ਸਾਰੀ ਕੁੱਲ ਗੁਰੂ ਦੇ ਪਿਆਰੋ ਪ੍ਰਗਟ ਹੋ ਗਈ, ਇਹ ਕੁੱਲ ਪੂਜਨੀਕ ਹੋ ਗਈ। ਸਭ ਜਗ ਮੈਂ ਜਬਲ ਤਮ ਪਇਓ ਧਰਮ ਨ ਜਾਣੈ ਕੋਏ। ਲੋ ਸਾਧ ਸੰਗਤ ਜੀ, ਸਾਰਾ ਜਦੋਂ ਸਮਾਂ ਕਲਯੁਗ ਦਾ ਘੋਰ ਆ ਗਿਆ, ਲੋਕੀ ਆਪਣੇ ਧਰਮ ਨੂੰ ਛੱਡ ਗਏ। ਸਾਧ ਸੰਗਤ ਜੀ, ਧਰਮ ਇਹਦੀ ਵਿਆਖਿਆ ਬਹੁਤ ਲੰਬੀ ਹੈ ਸਾਧ ਸੰਗਤ ਜੀ, ਕਿਉਂਕਿ ਖਿਮਾ ਰੱਖਿਓ ਜੇ ਇਸ ਗੱਲ ਨੂੰ, ਪ੍ਰਚਾਰਕਾਂ ਨੇ, ਉਪਦੇਸ਼ਕਾਂ ਨੇ ਇਸ ਧਰਮ ਨੂੰ ਉਲਝਾ ਦਿੱਤਾ। ਸਾਧ ਸੰਗਤ ਜੀ, ਧਰਮ ਕੀ ਚੀਜ਼ ਹੈ? ਕੋਈ ਇਹ ਕਹਿੰਦਾ ਅੰਮ੍ਰਿਤ ਛਕ ਲੈਣਾ ਤੇ 5 ਕੱਕੇ ਧਾਰਨ ਕਰ ਲੈਣੇ, ਇਹ ਧਰਮ ਹੈ। ਸਾਧ ਸੰਗਤ ਜੀ, ਕੋਈ ਇਹ ਕਹਿੰਦਾ ਗੁਰਦੁਆਰੇ ਜਾਣਾ, ਮੰਦਿਰਾਂ ਵਿੱਚ ਜਾਣਾ, 5 ਬਾਣੀਆਂ ਦਾ ਪਾਠ ਕਰਨਾ,
ਸੁਚ ਸੋਧ ਮਰਿਆਦਾ ਰੱਖਣੀ ਇਹ ਧਰਮ ਹੈ। ਇਹ ਧਰਮ ਕਹਿੰਦੇ ਨੇ ਸਾਧ ਸੰਗਤ 'ਚ। ਕਥਾ ਕੀਰਤਨ ਕਰਨੇ ਰਾਹ ਕਰਨੇ ਇਹ ਧਰਮ ਹੈ। ਇਹ ਧਰਮ ਕੋਈ ਨਹੀਂ ਜੇ ਸਾਧ ਸੰਗਤ 'ਚ। ਇਹ ਧਰਮ ਕੋਈ ਨਹੀਂ ਗੁਰੂ ਦੇ ਪਿਆਰਿਓ। ਇਹ ਧਰਮ ਦੇ ਅੰਗ ਨੇ ਸਾਧ ਸੰਗਤ 'ਚ। ਆਪਾਂ ਨੂੰ ਪਤਾ ਨਹੀਂ ਧਰਮ ਕੀ ਚੀਜ਼ ਹੈ ਗੁਰੂ ਦੇ ਪਿਆਰਿਓ। ਇਹ ਨਹੀਂ ਪਤਾ ਲੱਗਦਾ ਪਰ ਸਾਧ ਸੰਗਤ 'ਚ। ਇਹ ਜਿਹੜੀ ਇਹਨੂੰ ਤੁਸੀਂ ਕੀ ਆਖੋ? ਉਂਗਲ ਆਖੋਗੇ, ਇਹਨੂੰ ਸਰੀਰ ਆਖੋਗੇ। ਇਹ ਹੁਣ ਮੁੱਠ ਹੈ, ਇਹਨੂੰ ਮੁੱਠ ਆਖੋਗੇ, ਸਰੀਰ ਆਖੋਗੇ। ਤੁਸੀਂ ਮੁੱਠ ਨੂੰ ਸਰੀਰ ਆਖੀ ਜਾਂਦੇ ਹੋ ਪਏ ਸਾਧ ਸੰਗਤ। ਸੰਸਾਰ ਆਖੀ ਜਾਂਦਾ ਪਏ ਗੁਰੂ ਦੇ ਪਿਆਰਿਓ। ਮੈਂ ਅੰਮ੍ਰਿਤ ਛਕ ਤੇ ਮੈਂ ਬੜਾ ਧਰਮੀ ਬਣ ਗਿਆ, ਮੈਂ ਬੜੀ ਕਥਾ ਕਰਨ ਲੱਗ ਪਿਆ ਤੇ ਮੈਂ ਬੜਾ ਧਰਮੀ ਬਣ ਗਿਆ। ਕੋਈ ਕਹਿੰਦਾ ਮੈਂ ਗੁਰਦੁਆਰੇ ਜਾਂ ਤਾਂ ਮੈਂ ਹੀ ਧਰਮੀ ਬਣ ਗਿਆ। ਇਹਦੇ ਨਾਲ ਕੋਈ ਧਰਮ ਦਾ ਮਤਲਬ ਨਹੀਂ ਸਾਧ ਸੰਗਤ 'ਚ। ਕੋਈ ਧਰਮ ਦਾ ਮਤਲਬ ਨਹੀਂ ਗੁਰੂ ਦੇ ਪਿਆਰਿਓ। ਕਹਿੰਦੇ ਨੇ ਖਿਮਾ, ਅਹਿੰਸਾ, ਦਇਆ, ਮਿਰਦ, ਸਤ ਬਚਨ, ਤਪਦਾਨ, ਸੀਲ, ਸੌਚ, ਤ੍ਰਿਸ਼ਨਾ ਬਿਨਾ ਧਰਮ ਲਿੰਗ 10 ਜਾਣ ਸਾਧ ਸੰਗਤ 'ਚ। ਆਹ 10 ਗੱਲਾਂ ਜੀ ਗੁਰੂ ਦੇ ਪਿਆਰਿਓ। ਇਹਨਾਂ ਨੂੰ ਅਪਣਾਓ ਆਪਸ ਵਿੱਚ। ਜਦੋਂ ਇਹ ਸਾਡੇ 'ਚ ਮਿਲ ਗਈਆਂ ਤੁਸੀਂ ਧਰਮੀ ਅਖਵਾਨ ਦੇ ਹੱਕਦਾਰ ਬਣ ਜਾਓਗੇ ਸਾਧ ਸੰਗਤ 'ਚ। ਸਭ ਤੋਂ ਪਹਿਲਾਂ ਗਿਣੀ ਜਾਓ ਖਿਮਾ, ਕਿਸੇ ਨੂੰ ਮਾਫ ਕਰ ਦੇਣਾ ਸਾਧ ਸੰਗਤ 'ਚ। ਹੈ ਗੁਣ ਆਪਣੇ ਵਿੱਚ, ਵੇਖੋ ਤੁਸੀਂ। ਅਹਿੰਸਾ, ਜੀਵ ਰੱਖਿਆ ਕਰਨੀ ਗੁਰੂ ਦੇ ਪਿਆਰਿਓ। ਖਿਮਾ, ਅਹਿੰਸਾ, ਦਇਆ, ਆਪਣੇ ਮਨ 'ਚ ਦਇਆ ਰਹਿਮ ਪੈਦਾ ਕਰਨਾ। ਖਿਮਾ, ਅਹਿੰਸਾ, ਦਇਆ, ਮਿਰਦ, ਮਿੱਠਾ ਤੇ ਸੱਚਾ ਬਚਨ ਬੋਲਣਾ ਸਾਧ ਸੰਗਤ 'ਚ। ਮਿੱਠਾ ਸਾਰਾ ਹੀ ਬੋਲਦੇ ਨੇ ਆਪਣੇ ਸਵਾਰਥ ਵਾਸਤੇ ਸਾਧ ਸੰਗਤ 'ਚ, ਪਰ ਸਦਾ ਵਾਸਤੇ ਇੱਕੋ ਜਿਹਾ ਬਚਨ ਕਰੋ ਗੁਰੂ ਦੇ ਪਿਆਰਿਓ। ਖਿਮਾ, ਅਹਿੰਸਾ, ਦਇਆ, ਮਿਰਦ, ਸਤ ਬਚਨ, ਸੱਚਾ ਬਚਨ ਕਰਨਾ, ਮਿੱਠਾ ਬਚਨ ਕਰਨਾ। ਤਪ, ਮਨ ਬੁਰੇ ਪਾਸੇ ਜਾਂਦਾ ਰੋਕ ਲੈਣਾ, ਦਾਨ ਕਰਨਾ। ਸੀਲ, ਸੀਲ ਇਹਨੂੰ ਨਰਮ ਸੁਭਾਅ ਕਹਿੰਦੇ ਨੇ ਸਾਧ ਸੰਗਤ 'ਚ। ਪਰ ਇੱਥੇ ਅਰਥ ਕਾਹਦਾ ਕਰਨਾ ਹੈ? ਜਿਹੜੀ ਛੋਟੀ ਉਮਰ ਦੀ ਔਰਤ ਉਹਨੂੰ ਆਪਣੇ ਧੀ ਦੇ ਬਰਾਬਰ ਕਰਕੇ ਦਰਜਾ ਦੇਣਾ, ਜਿਹੜੀ ਆਪਣੇ ਬਰਾਬਰ ਨੂੰ ਉਹਨੂੰ ਆਪਣੇ ਭੈਣ ਦੇ ਬਰਾਬਰ ਕਰਕੇ ਦਰਜਾ ਦੇਣਾ, ਜਿਹੜੀ ਵੱਡੀ ਉਮਰ ਦੀ ਔਰਤ ਨੂੰ ਆਪਣੇ ਮਾਤਾ ਦੇ ਬਰਾਬਰ ਕਰਕੇ ਦਰਜਾ ਦੇਣਾ ਸਾਧ ਸੰਗਤ 'ਚ। ਇਹ ਸੀਲ ਧਰਮ ਹੈ ਗੁਰੂ ਦੇ ਪਿਆਰਿਓ। ਗੁਰੂ ਨਾਨਕ ਨੇ ਸੀਲ ਧਰਮ ਅਪਣਾਇਆ। ਦੇਖ ਪਰਾਈਆਂ ਚੰਗੀਆਂ ਮਾਵਾਂ ਧੀਆਂ ਭੈਣਾਂ ਜਾਣੇ, ਏਕਾ ਨਾਰੀ ਸਦਾ ਜਤੀ ਪਰ ਨਾਰੀ ਧੀ ਭੈਣ ਵਖਾਣੇ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਧਰਮ ਨੂੰ ਮੁੱਖ ਰੱਖਿਆ ਤੇ ਦਸਮੇਸ਼ ਪਾਤਸ਼ਾਹ ਨੇ ਕਿਰਪਾ ਕੀਤੀ ਸਾਧ ਸੰਗਤ 'ਚ। ਜਦੋਂ ਸਮਝਿਆ ਸਮਾਂ ਬੜਾ ਘੋਰ ਆ ਗਿਆ, ਬੜਾ ਭਿਆਨਕ ਸਮਾਂ ਆ ਗਿਆ, ਮੈਂ ਸਿਰਫ ਅਰਜ਼ ਕਰਨੀ ਹੈ ਇਸ਼ਾਰੇ ਮਾਤਰ। ਇਹ ਜਿਹੜਾ ਤੁਸੀਂ ਅੰਮ੍ਰਿਤ ਛਕਦੇ ਹੋ ਅਥਵਾ ਇਹ ਸਾਧੂ ਮਹਾਤਮਾ ਅੰਮ੍ਰਿਤ ਛਕਾਉਂਦੇ ਨੇ, ਇਹ 5 ਵਾਰੀ ਛਕਾਉਂਦੇ ਨੇ, 5 ਵਾਰੀ ਅੱਖਾਂ 'ਚ ਪਾਉਂਦੇ ਨੇ, 5 ਵਾਰੀ ਕੇਸਾਂ 'ਚ ਪਾਉਂਦੇ ਨੇ। ਇਹਦਾ ਕੀ ਅਰਥ ਹੈ? ਉਹਨਾਂ ਦਾ ਛਕਾਉਣ ਦਾ ਮਤਲਬ ਸਾਡਾ ਛਕਣ ਦਾ ਮਤਲਬ ਹੈ ਸਾਡਾ, ਹੋਰ ਕੋਈ ਮਤਲਬ ਨਹੀਂ। ਸਾਡਾ ਕੋਈ ਫਰਜ਼ ਨਹੀਂ ਸਾਡਾ ਸਾਧ ਸੰਗਤ 'ਚ, ਕੋਈ ਫਰਜ਼ ਨਹੀਂ ਗੁਰੂ ਦੇ ਪਿਆਰਿਓ। ਜਿਹੜੀ ਮੇਰੇ ਨਾਲ ਗੱਲ ਇਹਦੀ ਵਿਆਖਿਆ 5 ਕੱਕਿਆਂ ਦੀ, ਇਹ ਸਮਰ ਦੀ ਵਿਆਖਿਆ ਫਿਰ ਮੈਂ ਕਰਾਂਗਾ, ਸਮਾਂ ਆ ਜਾਏਗਾ ਗੁਰੂ ਦੇ ਪਿਆਰਿਓ। ਹੁਣ ਮੈਂ ਗੱਲ ਕਿਹੜੀ ਕਰਨੀ ਹੈ? ਸੀਲ ਧਰਮ ਦੀ ਗੱਲ ਕਰਨਾ ਪਿਆ ਸਾਧ ਸੰਗਤ ਜੀ। ਆਹ ਜਿਹੜਾ ਕਲਗੀਧਰ ਪਾਤਸ਼ਾਹ ਜੀ ਨੇ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਆਹ 5 ਵਾਰੀ ਅੱਖਾਂ 'ਚ ਪਾਇਆ। ਕਾਹਦੇ ਵਾਸਤੇ ਪਾਇਆ ਸਾਧ ਸੰਗਤ ਜੀ? ਨਿਗਾਹ ਨਾ ਘਟੇਗੀ। ਚਿੱਟਾ ਮੋਤੀਆ ਜਾਂ ਕਾਲਾ ਮੋਤੀਆ ਨਾ ਉਤਰੇਗਾ। ਮੇਰਾ ਖਿਆਲ ਹੈ ਹੋ ਸਕਦਾ ਤੁਸੀਂ ਮੇਰੇ ਨਾਲ ਬਹੁਤ ਸਿਆਣੇ ਬੈਠੇ ਹੋ ਜਿਨ੍ਹਾਂ ਨੇ ਅੰਮ੍ਰਿਤ ਛਕੇ ਨੇ, ਉਹਨਾਂ ਦੀ ਨਿਗਾਹ ਨਹੀਂ ਘਟਦੀ। ਚਿੱਟਾ ਮੋਤੀਆ ਨਹੀਂ ਉਤਰ ਆਉਂਦਾ, ਕਾਲਾ ਮੋਤੀਆ ਨਹੀਂ ਉਤਰ ਆਉਂਦਾ। ਤੇ ਜੇ ਅੰਮ੍ਰਿਤ ਛਕੇ ਤੋਂ ਵੀ, ਇਹਨਾਂ ਅੱਖਾਂ 'ਚ ਅੰਮ੍ਰਿਤ ਪਾਏ ਤੋਂ ਵੀ ਨਿਗਾਹ ਵੀ ਘਟ ਗਈ ਹੈ, ਕਾਲਾ ਮੋਤੀਆ ਵੀ ਉਤਰ ਆਇਆ, ਚਿੱਟਾ ਮੋਤੀਆ ਉਤਰ, ਤੇ ਫਿਰ ਅੰਮ੍ਰਿਤ ਦਾ ਕੀ ਮਤਲਬ ਹੈ ਸਾਧ ਸੰਗਤ 'ਚ? ਫਿਰ ਕੀ ਮਤਲਬ ਇਹਦਾ ਗੁਰੂ ਦੇ ਪਿਆਰਿਓ? ਇਹਦਾ ਇਹ ਨਹੀਂ ਮਤਲਬ ਵੀ ਚਿੱਟਾ ਮੋਤੀਆ ਨਹੀਂ ਉਤਰੇਗਾ ਜਾਂ ਕਾਲਾ ਮੋਤੀਆ ਨਹੀਂ ਉਤਰੇਗਾ ਜਾਂ ਨਿਗਾਹ ਨਹੀਂ ਘਟੇਗੀ, ਸਾਰਾ ਕੁਝ ਹੋ ਜਾਣਾ। ਪਰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ, ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਰਪਾ ਕੀਤੀ। ਉਹ ਸਿੱਖ ਤੇਰੀਆਂ ਅੱਖਾਂ 'ਚ ਅੱਜ ਤੋਂ ਲੈ ਕੇ ਅੰਮ੍ਰਿਤ ਪੈ ਗਿਆ ਸਾਧ ਸੰਗਤ 'ਚ। ਜਿਹੜੀ ਛੋਟੀ ਉਮਰ ਦੀ ਹੈ ਉਹਨੂੰ ਧੀ ਦੇ ਬਰਾਬਰ ਕਰਕੇ ਸਤਿਕਾਰ ਦੇਣਾ ਸਾਧ ਸੰਗਤ 'ਚ। ਜਿਹੜੀ ਬਰਾਬਰ ਦੀ ਉਮਰ ਦੀ ਔਰਤ ਹੈ ਉਹਨੂੰ ਭੈਣ ਦੇ ਬਰਾਬਰ ਕਰਕੇ ਸਤਿਕਾਰ ਦੇਣਾ ਹੈ। ਜਿਹੜੀ ਵੱਡੀ ਉਮਰ ਦੀ ਔਰਤ ਹੈ ਉਹਨੂੰ ਆਪਣੇ ਮਾਤਾ ਦੇ ਬਰਾਬਰ ਕਰਕੇ ਸਤਿਕਾਰ ਦੇਣਾ ਹੈ। ਜੇ ਤੇ ਇਸ ਮਰਿਆਦਾ ਨੂੰ, ਇਸ ਲਾ ਨੂੰ ਅਪਣਾ ਲਿਆ, ਇਹ ਅੰਮ੍ਰਿਤ ਅਵਸ਼ ਨਜਾਤ ਮੁਕਤੀ ਦੇਵੇਗਾ। ਤੇ ਜੇ ਸਜਣੋ ਅੰਮ੍ਰਿਤ ਛਕ ਲਿਆ, ਨਾ ਜਾਇਜ਼ ਨਾ ਨਜਾਇਜ਼, ਨਾ ਛੋਟੀ ਨਾ ਵੱਡੀ, ਨਾ ਜਾਤ ਨਾ ਪਾਤ, ਕੱਖ ਵੇਨਤ, ਜੋ ਦਾ ਕੀਰਤਸਲ ਆਪਣੇ ਤੈਨੂੰ ਅੰਮ੍ਰਿਤ ਤਾਰ ਦੇਵੇਗਾ ਸਾਧ ਸੰਗਤ ਜੀ। ਇਹ ਸੀਲ ਧਰਮ ਜੇ ਗੁਰੂ ਦੇ ਪਿਆਰਿਓ। ਵੇਖੋ ਹੈ
ਲੱਭੋ ਧਰਮੀ ਕੋਈ ਸਾਧ ਸੰਗਤ 'ਚ। ਸੀਲ, ਸੌਚ, ਪਵਿੱਤਰਤਾ ਹੀ ਸਾਧ ਸੰਗਤ 'ਚ। ਇੱਕ ਹੈ ਬਾਹਰ ਦੀ ਪਵਿੱਤਰਤਾ ਹੀ, ਜਿਹੜੀ ਬੜੀ ਮਿਲ ਜਾਂਦੀ ਹੈ ਸਾਧ ਸੰਗਤ 'ਚ। ਇਹਨਾਂ ਕਾਲਿਆਂ ਮਨਾਂ ਨੂੰ ਪਾ ਕੇ ਨਾ ਚਿੱਟੇ ਕੱਪੜੇ ਤੇ ਬੜਾ ਛੁਪਾ ਕੇ ਰੱਖਣੇ ਆ ਪਏ ਸਾਧ ਸੰਗਤ ਜੀ। ਲਾ ਕੇ ਨਾ ਸ਼ਿੰਗਾਰ ਇਹਨਾਂ ਕਾਲਿਆਂ ਮਨਾਂ ਨੂੰ ਤੇ ਬੜਾ ਸੰਭਾਲ ਕੇ ਰੱਖਣ ਡਏ ਆ ਸਾਧ ਸੰਗਤ 'ਚ, ਲੁਕੋ ਕੇ ਰੱਖਣ ਡਏ ਆ। ਕਿੰਨਾ ਚਿਰ ਲੁਕਾ ਲਓਗੇ ਸਾਧ ਸੰਗਤ 'ਚ? ਇਹ ਜਿਹੜੇ ਕਾਲੇ ਮਨ ਨੇ ਕਿੰਨਾ ਛਪੇ ਰਹਿਣਗੇ ਗੁਰੂ ਦੇ ਪਿਆਰੇ ਹੋ, ਕਿੰਨਾ ਛਪੇ ਰਹਿਣਗੇ ਸਾਧ ਸੰਗਤ 'ਚ। ਦੇ ਕਿਵਾੜ ਅਣਖ ਪੜਦੇ ਮੈਂ ਪਰਦਾਰਾ ਸੰਗ ਫਾਕੈ, ਚਿੱਤਰ ਗੁਪਤ ਜਬ ਲੇਖਾ ਮੰਗੈ ਤਬ ਕੌਣ ਪੜਦਾ ਤੇਰਾ ਢਾਕੈ। ਹੱਟ ਪਟਨ ਬਿਜ ਮੰਦਰ ਪੰਨੈ, ਕਰ ਚੋਰੀ ਕਰ ਆਵੈ, ਅੱਗੋਂ ਦੇਖੈ ਪਿੱਛੋਂ ਦੇਖੈ, ਤੁਝ ਤੇ ਕਮਣ ਛੁਪਾਵੈ। ਕਬੀਰ ਜੇਤੇ ਪਾਪ ਕੀਏ ਰਾਖੈ ਤਲੈ ਦੁਰਾਏ, ਤੇ ਪ੍ਰਗਟ ਭਏ ਨਿਦਾਨ ਸਭ ਜਾ ਪੁੱਛੈ ਧਰਮ ਰਾਏ। ਕਿੰਨਾ ਛੁਪਾ ਲੋਗੇ ਸਾਧ ਸੰਗਤ 'ਚ? ਇਹ ਵਧੀਆ ਵਧੀਆ ਹਾਰ ਤੇ ਸ਼ਿੰਗਾਰ ਲਾ ਕੇ, ਵਧੀਆ ਵਧੀਆ ਚਿੱਟੇ ਬਸਤਰ ਪਾ ਕੇ ਨਾ ਕਾਲਿਆਂ ਮਨਾਂ ਨੂੰ ਛੁਪਾਉਣ ਵਿੱਚ ਕਿੰਨਾ ਚ ਛਪ ਜਾਣਗੇ ਸਾਧ ਸੰਗਤ 'ਚ? ਕਿੰਨਾ ਛਪ ਜਾਣਗੇ ਗੁਰੂ ਦੇ ਪਿਆਰਿਓ? ਆਪਣੇ ਆਪ ਨੂੰ ਧੋਖਾ ਕਰਨੇ ਪਏ ਸਾਧ ਸੰਗਤ 'ਚ, ਆਪਣੇ ਧੋਖਾ ਕਰਨੇ ਪਏ, ਮਿਹਰ ਕਰਨਾ ਪਿਆ ਸੱਜਣੋ। ਸੋਚ ਅੰਦਰ ਦੀ ਪਵਿੱਤਰਤਾ ਹੀ ਹੋਣੀ ਸਾਧ ਸੰਗਤ। ਜਿਨ ਪਟ ਅੰਦਰ ਬਾਹਰ ਗੁੱਦੜ ਤੇ ਭਲੇ ਸੰਸਾਰ ਸਾਧ ਸੰਗਤ 'ਚ। ਸੱਜਣੋ ਇੱਕ ਹੈ ਬਾਹਰ ਦੀ ਸਫਾਈ, ਜਿਹੜੀ ਕਿ ਸੰਸਾਰ ਦੇ ਲੋਕਾਂ ਨੇ ਬਹੁਤ ਰੱਖੀ ਹੈ ਸਾਧ ਸੰਗਤ 'ਚ, ਬਹੁਤ ਵੇਖਣ ਤੇ ਅੰਦਰ ਕੀ ਭਰਿਆ ਗੰਦ ਗੁਰੂ ਦੇ ਪਿਆਰਿਓ। ਬਸਤਰ ਬੜੇ ਬੜੇ ਵਧੀਆ ਨੇ ਸਾਧ ਸੰਗਤ 'ਚ, ਬੜੇ ਵਧੀਆ ਪਹਿਨੇ ਆਪੇ ਗੁਰੂ ਦੇ ਪਿਆਰਿਓ। ਦਾਸ ਪ੍ਰਾਰਥਨਾ ਕਰਦਾ ਪਿਆ, ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸੀਲ ਸੌਚ ਪਵਿੱਤਰਤਾ ਹੀ ਰੱਖਣੀ ਸਾਧ ਸੰਗਤ ਜੀ, ਅੰਦਰ ਦੀ ਤੇ ਬਾਹਰ ਦੀ ਸਾਧ ਸੰਗਤ ਜੀ। ਇਹ ਜਿਹੜੀ ਅੰਦਰ ਦੀ ਬਾਹਰ ਦੀ ਹੈ ਇਹ ਸੰਸਾਰ ਵਾਸਤੇ ਹੈ, ਜਿਹੜੀ ਅੰਦਰ ਦੀ ਹੈ ਉਹ ਭਗਵਾਨ ਨੂੰ ਪ੍ਰਸੰਨ ਕਰਨ ਵਾਸਤੇ ਸਾਧ ਸੰਗਤ 'ਚ। ਇਹ ਬਾਹਰ ਦੀ ਪਵਿੱਤਰਤਾ ਭਗਵਾਨ ਨੇ ਪ੍ਰਸੰਨ ਨਹੀਂ ਹੋਣਾ ਗੁਰੂ ਦੇ ਪਿਆਰੇ ਹੋ, ਇਹ ਤੇ ਸੰਸਾਰ ਦੇ ਲੋਕਾਂ ਦੇ ਵਾਸਤੇ ਹੈ ਸਾਧ ਸੰਗਤ 'ਚ। ਇਸ ਵਾਸਤੇ ਕਹਿੰਦੇ ਨੇ ਸੀਲ ਸੌਚ ਤ੍ਰਿਸ਼ਨਾ ਬਿਨਾ, ਆਪਣੇ ਭਾਗਾਂ ਤੇ ਸੰਤੋਖ ਰੱਖਣਾ ਸਾਧ ਸੰਗਤ। ਜੋ ਮਿਲਿਆ, ਜੋ ਸੀ ਮਿਲਿਆ, ਜੋ ਹੈ ਮਿਲ ਰਿਹਾ, ਜੋ ਹੋਵੇਗਾ ਅਵਸ਼ ਮਿਲੇਗਾ। ਆਹ 10 ਤੁਹਾਨੂੰ ਗੁਣ ਦੱਸੇ ਨੇ ਸਾਧ ਸੰਗਤ 'ਚ। ਜੇ ਤੇ 10 ਗੁਣ ਮਿਲਦੇ ਨੇ ਤੇ ਤੁਸੀਂ ਧਰਮੀ ਖਵਾਉਣ ਦੇ ਹੱਕਦਾਰ ਹੋ ਸਾਧ ਸੰਗਤ 'ਚ। ਜੇ 10 ਗੱਲਾਂ ਨਹੀਂ ਮਿਲਦੀਆਂ, ਐਵੇਂ ਆਪਾਂ ਫਸਾਦ ਪਾਏ ਨੇ ਆਪਸ 'ਚ ਗੁਰੂ ਦੇ ਪਿਆਰੇ, ਝਗੜੇ ਪਾਏ ਨੇ ਸਾਧ ਸੰਗਤ 'ਚ। ਖੁਸ਼ੀ ਦੇ ਵੇਲੇ ਅਸੀਂ ਇਕੱਠੇ, ਕੋਈ ਜੰਮ ਪਏ ਅਸੀਂ ਇਕੱਠੇ, ਕੋਈ ਮਰ ਗਏ ਅਸੀਂ ਇਕੱਠੇ, ਤੇ ਜਦੋਂ ਧਰਮ ਦਾ ਸਵਾਲ ਆਏਗਾ ਨਾ ਗੁਰਦੁਆਰਾ ਸਾਹਿਬ ਤੋਂ, ਉਦੋਂ ਅਸੀਂ ਇਕੱਠੇ ਬਹਿ ਹੀ ਨਹੀਂ ਸਕਦੇ ਸਾਧ ਸੰਗਤ 'ਚ। ਕਿਤਨਾ ਸੰਸਾਰ ਦੇ ਅਸੀਂ ਧਰਮੀ ਆ ਸਾਧ ਸੰਗਤ 'ਚ। ਸਭ ਦੁੱਖ ਦੇ ਵੇਲੇ ਸੁੱਖ ਦੇ ਵੇਲੇ ਇਕੱਠੇ ਹੋ ਜਾਂਦੇ ਆ, ਪਰ ਜਦੋਂ ਗੁਰਦੁਆਰਾ ਸਵਾਲ ਆਏਗਾ ਨਾ ਫਿਰ ਨਹੀਂ ਇਕੱਠੇ ਬਹਿ ਸਕਦੇ ਆਪਾਂ ਗੁਰੂ ਦੇ ਪਿਆਰੇ। ਵੇਖੋ ਮਨੁੱਖ ਦੀ ਕੈਸੀ ਮਾਤੇ ਸਾਧ ਸੰਗਤ 'ਚ। ਇਸ ਅਰਦਾਸ ਪ੍ਰਾਰਥਨਾ ਕਰਦਾ ਪਿਆ, ਹਜ਼ੂਰ ਪਾਤਸ਼ਾਹ ਕਹਿੰਦੇ ਨੇ ਸਾਰੇ ਧਰਮ ਤੇ ਸਾਰੇ ਸੰਸਾਰ ਤੇ ਧਰਮ ਖਤਮ ਹੋ ਗਿਆ ਸਾਧ ਸੰਗਤ ਜੀ, ਭਾਵ ਅੰਧੇਰ ਹੋ ਗਿਆ ਸਾਰੇ ਸੰਸਾਰ ਦੇ ਵਿੱਚ। ਜਨਮ ਗੁਰੂ ਨਾਨਕ ਲਿਓ ਪਈ ਜਗਤ ਮਹਿਲੋਏ। ਭਾਵ ਤੁਸਾਂ ਸੁਣ ਲਿਆ ਸਾਹਣ ਚਤੁਰ ਸਾਲ ਲੋਪ ਰਾਏ ਸਾਹਣ ਮਲ ਕਾਲੂ ਦੇ ਗ੍ਰਹਿ ਵੇਖੇ ਉਸ ਅਕਾਲ ਪੁਰਖ ਸੱਚੇ ਪਾਤਸ਼ਾਹ ਨੇ ਆਪ ਨਾਰਾਇਣ ਕਲਾ ਧਰ ਜਗ ਮੈਂ ਪਰਵਰਿਓ ਦੇ ਵਾਕ ਅਨੁਸਾਰ ਅਵਤਾਰ ਧਾਰਿਆ। ਸਾਰੇ ਸੰਸਾਰ 'ਚ ਚਾਨਣ ਪ੍ਰਕਾਸ਼ ਹੋ ਗਿਆ। ਆਦਿ ਅੰਤ ਪ੍ਰਭ ਏਕੋ ਰੂਪ। ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਜੀ, ਆਦਿ ਸ਼ੁਰੂ ਤੋਂ ਅੰਤ ਤੱਕ ਅਖੀਰ ਤੱਕ ਉਹ ਆਪ ਇੱਕ ਹੀ ਰੂਪ ਹੈ ਉਹਦਾ। ਜਾਂ ਕੇ ਦਰਸ ਮਿਟੇ ਤਮ ਪੂਪ। ਜਿਹਦੇ ਦਰਸ਼ਨ ਕਰਨ ਦੇ ਨਾਲ ਸੱਜਣੋ ਪ੍ਰਕਾਸ਼ ਹੋ ਜਾਂਦਾ ਹੈ, ਚਾਨਣਾ ਗਿਆਨ ਹੋ ਜਾਂਦਾ ਹੈ। ਗੁਰੂ ਨਾਨਕ ਤੇ ਅੰਗਦ ਜਾਨ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ, ਸੰਸਾਰ ਨੂੰ ਦੇਣ ਦਿੱਤੀ ਸਾਧ ਸੰਗਤ ਜੀ। ਸਤਿਯੁਗ ਦੇ ਵਿੱਚ ਇੱਕ ਗੁਰੂ ਸੀ ਸਾਧ ਸੰਗਤ ਜੀ, ਇੱਕ ਪੈਗੰਬਰ ਹੋਇਆ। ਤ੍ਰੇਤੇ ਦੇ ਵਿੱਚ ਇੱਕ ਪੈਗੰਬਰ ਹੋਇਆ। ਦੁਆਪਰ ਦੇ ਵਿੱਚ ਇੱਕ ਪੈਗੰਬਰ ਹੋਇਆ। ਕਲਯੁਗ 'ਚ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਹ ਸਮੇਂ ਦੀ ਨਜਾਕਤ ਨੂੰ ਵੇਖ ਕੇ ਗੁਰੂ ਪਰੰਪਰਾ ਦੀ ਲੜੀ ਚਲਾ ਦਿੱਤੀ ਸਾਧ ਸੰਗਤ ਜੀ। ਗੁਰੂ ਨਾਨਕ ਨੇ ਕਿਰਪਾ ਕੀਤੀ ਗੁਰੂ ਅੰਗਦ ਸੱਚੇ ਪਾਤਸ਼ਾਹ ਜੀ ਤੇ। ਅੰਗਦ ਅਮਰਦਾਸ ਪਹਿਚਾਨ। ਗੁਰੂ ਅਮਰਦਾਸ ਸੱਚੇ ਗੁਰੂ ਅੰਗਦ ਦੀ ਕਿਰਪਾ ਕੀਤੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਤੇ। ਜਬ ਵਰਦਾਨ ਸਮਾਵਹੁ ਆਇਓ। ਉਹ ਜਿਹੜਾ ਕਿ ਬੇਦੀਆਂ ਨੇ ਵਰ ਦਿੱਤਾ ਸੀ ਨਾ ਰਾਜ ਪਾ ਕੇ, ਤਿੰਨ ਜਦੋਂ ਸਮੇਂ ਆਉਣਗੇ ਸਾਡੇ। ਰਾਮਦਾਸ ਤਬ ਗੁਰੂ ਕਹਾਇਓ। ਤਿੰਨ ਰਾਜ ਕੀਤੇ ਇਸ ਬੇਦੀਆਂ ਨੇ ਸਾਧ ਸੰਗਤ ਜੀ। ਉਸ ਤੋਂ ਬਾਅਦ ਚੌਥਾ ਰਾਜ ਆਇਆ ਵੀ ਤਿੰਨ ਰਾਜ ਕਰਕੇ ਤੇ ਆ ਸੋਢੀ ਚੌਥਾ ਸੀ ਰਾਜ ਤੁਹਾਨੂੰ ਦੇਗਾ। ਪਰ ਚੌਥੇ ਗੁਰੂ ਰਾਮਦਾਸ ਸੋਢੀ ਸੰਸਾਰ ਸੰਗਤ 'ਚ
ਉਹ ਸੋਢੀ ਇਸ ਤਖਤ ਦੇ ਮਾਲਕ ਬਣ ਗਏ। ਏਕ ਰੂਪ ਸਭੀ ਪਹਿਚਾਨੋ। ਇਸ ਵਾਸਤੇ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਸਾਧ ਸੰਗਤ ਸਾਰੇ ਇੱਕ ਰੂਪ ਕਰਕੇ ਜਾਣੋ। ਕੀ ਭਾਵ? ਭਗਵਾਨ ਰਾਮਚੰਦਰ ਤੋਂ ਮੈਂ ਤੁਹਾਨੂੰ ਲਿਆਇਆ ਸਾਧ ਸੰਗਤ 'ਚ, ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਲਿਆ ਕੇ ਖਿਲਾਰ ਦਿੱਤਾ। ਗੁਰਦੇਵ ਕਹਿੰਦੇ ਨੇ ਸਾਰੇ ਇੱਕ ਰੂਪ ਸਮਝੋ ਭਾਈ ਗੁਰੂ ਦੇ ਪਿਆਰ 'ਚ, ਕਿੰਤੂ ਨਾ ਕਰੋ ਕਿਸੇ ਪ੍ਰਕਾਰ ਦਾ। ਯਾ ਮੈਂ ਪੇਦ ਨਰੰਚ ਪਰਮਾਨੋ। ਇਸ ਵਾਸਤੇ ਰਤੀ ਜਿਨਾ ਰਾਂ ਭੇਦ ਨਹੀਂ ਗਏ ਦੇ ਵਿੱਚ। ਸੂਰਜ ਵੰਸ਼ ਸਭੀ ਜਗ ਜਾਨ। ਇਹ ਸਾਰੀ ਸੂਰਜ ਵੰਸ਼ ਕਹਾਉਂਦੀ ਪਈ ਸਾਧ ਸੰਗਤ 'ਚ। ਇਹ ਗ੍ਰੰਥ ਸ਼੍ਰੋਮਣੀ ਕਮੇਟੀ ਨੇ ਛਪਾਇਆ ਸਾਧ ਸੰਗਤ 'ਚ, ਤੇ ਇਹਦੇ ਸੰਪਾਦਕ ਨੇ ਜੋਗਿੰਦਰ ਸਿੰਘ ਜੀ ਅਕਾਲ ਤਖਤ ਦੇ ਵੇਦਾਂਤੀ ਸਾਧ ਸੰਗਤ 'ਚ। ਤੇ ਜੇ ਫਿਰ ਆਖਣੀ ਹਿੰਦੂ ਸਿੱਖ ਵੱਖਰੇ ਨੇ, ਕੀ ਆਖਣਾ ਜੇ ਗੁਰੂ ਦੇ ਪਿਆਰੇ ਹੋ? ਫਿਰ ਕੀ ਆਖਣੇ ਸਾਧ ਸੰਗਤ 'ਚ? ਆਖੀਏ ਭਗਵਾਨ ਰਾਮਚੰਦਰ ਹੋਰ ਹੈ ਤੇ ਭਗਵਾਨ ਕ੍ਰਿਸ਼ਨ ਹੋਰ ਹੈ ਤੇ ਗੁਰੂ ਨਾਨਕ ਹੋਰ ਹੈ, ਤੇ ਫਿਰ ਕੀ ਆਖਣਾ ਜੇ ਗੁਰੂ ਦੇ ਪਿਆਰੇ ਹੋ? ਭਾਵ ਸੱਜਣੋ, ਮਨੁੱਖ ਇੱਕ ਗਲਤੀ ਕਰਦਾ ਹੈ, ਸਾਰੀ ਉਮਰ ਪਛਤਾਉਂਦਾ ਰਹਿੰਦਾ ਸਾਧ ਸੰਗਤ 'ਚ। ਉਹ ਇੱਕ ਗਲਤੀ ਦਾ ਖਹਿੜਾ ਨਹੀਂ ਛੱਡਦੀ। ਇਤਿਹਾਸਕਾਰ ਇੱਕ ਗਲਤੀ ਕਰਦਾ ਹੈ, ਜਿੰਨਾ ਚਿਰ ਪਰਲੋ ਨਹੀਂ ਆਉਂਦੀ ਉਹਨਾਂ ਚਿਰ ਗੁਰੂ ਦੇ ਪਿਆਰੋ ਗਲਤੀ ਨਹੀਂ ਖਤਮ ਹੁੰਦੀ ਸਾਧ ਸੰਗਤ 'ਚ। ਮੇਰੀ ਗੱਲ ਦਾ ਧਿਆਨ ਦਿਓ ਜੇ ਗੁਰੂ ਦੇ ਪਿਆਰੇ, ਜਿੰਨਾ ਚਿਰ ਪਰਲੋ ਨਹੀਂ ਆਉਂਦੀ ਸਾਧ ਸੰਗਤ 'ਚ। ਇਤਿਹਾਸ ਇੱਕ ਐਸੀ ਚੀਜ਼ ਹੈ ਗੁਰੂ ਦੇ ਪਿਆਰੇ। ਆ ਵੇਂਦੇ ਨਹੀਂ ਤੁਸੀਂ ਪਏ, ਇੰਨਾ ਨਾਮ, ਇੰਨੀ ਬਾਣੀ, ਇੰਨੀ ਕਥਾ, ਇੰਨਾ ਕੀਰਤਨ ਸੁਣਦਿਆਂ ਕਰਦਿਆਂ ਇਕੱਠੇ ਹੋ ਕੇ ਬਹਿ ਨਹੀਂ ਸਕਦੇ ਸੀ ਸਾਧ ਸੰਗਤ 'ਚ। ਕਿਤਨੀ ਕਮਾਲ ਦੀ ਗੱਲ 'ਚ। ਇੰਨੀ ਬਾਣੀ ਪੜ੍ਹਨੇ ਆ, ਇੰਨੀ ਕਥਾ ਸੁਣਨੇ ਆ, ਇੰਨੇ ਧਾਰਮਿਕ ਸਥਾਨ ਬਣਾਉਂਦੇ ਆ, ਕਦੇ ਇਕੱਠੇ ਹੋ ਕੇ ਬਹਿ ਨਹੀਂ ਸਕਦੇ ਗੁਰੂ ਦੇ। ਪਰ ਕਿਉਂ? ਇਹੋ ਜਿਹੇ ਬੰਦਿਆਂ ਨੇ ਸਾਧ ਸੰਗਤ ਯਾਰ ਪਾਇਆ ਗੁਰੂ ਦੇ ਪਿਆਰੇ, ਯਾਰ ਪਿਆ ਸਾਧ ਸੰਗਤ 'ਚ। ਕਦੇ ਇਕੱਠੇ ਹੋ ਕੇ ਨਹੀਂ ਪਾਵਾਂਗੇ। ਮੈਂ ਕਿਹਾ ਸ਼੍ਰੋਮਣੀ ਕਮੇਟੀ ਨੇ ਗ੍ਰੰਥ ਛਪਾਇਆ ਗੁਰੂ ਦੇ ਪਿਆਰੇ। ਜੋਗਿੰਦਰ ਸਿੰਘ ਵੇਦਾਂਤੇ ਦਾ ਸੰਪਾਦਕ ਹੈ ਸਾਧ ਸੰਗਤ 'ਚ। ਅਕਾਲ ਤਖਤ ਦਾ ਗੁਰੂ ਪਿਆਰੇ, ਅਕਾਲ ਤਖਤ ਦਾ ਜਥੇਦਾਰ। ਤੇ ਜੋ ਫਿਰ ਗੱਲ ਆਖਣ ਵੀ ਹਿੰਦੂ ਵੱਖਰੇ ਨੇ ਤੇ ਸਿੱਖ ਵੱਖਰੇ ਨੇ ਸਾਧ ਸੰਗਤ 'ਚ, ਗੁਰੂ ਨਾਨਕ ਹੋਰ ਹੈ ਤੇ ਭਗਵਾਨ ਰਾਮਚੰਦਰ ਹੋਰ ਹੈ ਸਾਧ ਸੰਗਤ 'ਚ, ਕੀ ਕਰ ਲੈਣਾ ਜੇ ਫਿਰ ਗੁਰੂ ਦੇ ਪਿਆਰੇ ਹੋ? ਇਸ ਵਾਸਤੇ ਮੈਂ ਅਰਜ਼ ਕੀਤੀ ਹੈ, ਇਤਿਹਾਸਕਾਰ ਇੱਕ ਗਲਤੀ ਕਰ ਜਾਂਦਾ ਹੈ, ਜਿੰਨਾ 'ਚ ਪਰਲੋ ਨਹੀਂ ਆਉਂਦਾ 'ਚ ਉਹ ਗਲਤੀ ਖਤਮ ਨਹੀਂ ਹੁੰਦੀ ਫਿਰ ਸਾਧ ਸੰਗਤ 'ਚ। ਇਸ ਵਾਸਤੇ ਸੱਜਣੋ, ਆਪਾਂ ਨੇ ਕੀ ਕਰਨਾ ਹੈ? ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਬਦਾ ਦੂਰ ਕਰੋ ਲਿਵਲਾਏ, ਹਰ ਨਾਮੇ ਕੀ ਹੋਵੋ ਜੋੜੀ, ਤੇ ਗੁਰਮੁਖ ਬੈਸੋ ਸਫਾ ਵਿਛਾਏ। ਆਪਾਂ ਨੇ ਆਪਣੇ ਘਰ ਨੂੰ, ਆਪਣੀ ਕੌਮ ਨੂੰ, ਆਪਣੇ ਸਮਾਜ ਨੂੰ, ਆਪਣੇ ਪੰਥ ਨੂੰ ਆਪਾਂ ਨੇ ਸਵਰਗ ਬਣਾਉਣਾ ਸਾਧ ਸੰਗਤ 'ਚ। ਸਵਰਗ ਕਦੋਂ ਬਣੇਗਾ? ਜਦੋਂ ਆਪਣੇ 'ਚ ਏਕਤਾ, ਪ੍ਰੇਮ ਤੇ ਪਿਆਰ ਹੋਵੇਗਾ ਸਾਧ ਸੰਗਤ 'ਚ। ਸੱਜਣੋ, ਲੱਖਾਂ ਤੁਸੀਂ ਧਨ ਪ੍ਰਾਪਤ ਕਰ ਲਓ, ਲੱਖਾਂ ਰੁਪਏ ਦੀ ਤੁਸੀਂ ਜਾਇਦਾਦਾਂ ਤਿਆਰ ਕਰ ਲਓ, ਜੇ ਏਕਤਾ ਤੇ ਪਿਆਰ ਨਹੀਂ ਨਾ ਤੇ ਸੱਜਣੋ, ਭਾਵੇਂ ਘਰ ਹੈ ਤੇ ਭਾਵੇਂ ਕੌਮ ਹੈ ਤੇ ਭਾਵੇਂ ਸਮਾਜ, ਉੱਥੇ ਨਰਕ ਹੀ ਨਰਕ ਹੈ ਸਾਧ ਸੰਗਤ 'ਚ। ਨਰਕ ਹੀ ਨਰਕ ਹੈ ਗੁਰੂ ਦੇ ਪਿਆਰਿਓ। ਇਸ ਵਾਸਤੇ ਸੱਜਣੋ, ਆਪਣੇ ਧਾਰਮਿਕ ਸਥਾਨਾਂ ਨੂੰ ਸਵਰਗ ਬਣਾਉਣ ਦੇ ਵਾਸਤੇ, ਸੁੱਖ ਦੇ ਵਾਸਤੇ ਜੋ ਸੱਚੇ ਪਾਤਸ਼ਾਹ ਨੇ ਆਪਾਂ ਨੂੰ ਗੁਰੂ ਰੂਪ ਧਾਰਨ ਕਰ ਹੁਕਮ ਦਿੱਤੇ ਨੇ, ਆਪਾਂ ਉਹਨਾਂ ਤੇ ਚੱਲੀਏ। ਉਹਨਾਂ ਤੇ ਚੱਲ ਕੇ ਤੇ ਆਪਾਂ ਆਪਣੇ ਲੋਕ ਤੇ ਆਪਣੇ ਪਰਲੋਕ ਨੂੰ ਸਫਲ ਕਰੀਏ। ਇਹ ਸੀ ਤੁਹਾਡੀ ਗੁਰਬੰਸਾਵਲੀ। ਇੱਥੋਂ ਆਪਾਂ ਇੱਥੇ ਲਿਆ ਕੇ ਖਿਲਾਰ ਕੇ ਹੁਣ ਥੋੜ੍ਹਾ ਜਿਹਾ ਪ੍ਰਸੰਗ ਮੈਂ ਤੁਹਾਡੇ ਕੱਲ ਨੂੰ ਤਬਦੀਲ ਕਰ ਦੇਣਾ, ਕਿਉਂਕਿ ਮੈਂ ਸਤਿਗੁਰੂ ਰਾਮ ਸਿੰਘ ਤੁਹਾਨੂੰ ਲੈ ਕੇ ਜਾਣਾ ਸਾਧ ਸੰਗਤ 'ਚ। ਇਹ ਗੁਰਬੰਸਾਵਲੀ ਤੁਹਾਨੂੰ ਇਹ ਸਤਿਯੁਗ ਤੋਂ ਤ੍ਰੇਤੇ ਤੋਂ ਲੈ ਕੇ ਤੇ ਕਲਯੁਗ ਤੱਕ ਲਿਆ ਕੇ ਖਿਲਾਰ ਦਿੱਤੀ ਹੈ ਭਈ ਆਹ ਗੁਰੂ ਨਾਨਕ ਦਾ ਰਾਜ ਚੱਲਦਾ ਪਿਆ ਸਾਧ ਸੰਗਤ 'ਚ। ਉਸ ਰਾਜ ਦੇ ਮਾਲਕ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਕਿਸ ਤਰ੍ਹਾਂ ਬਣਨਗੇ, ਉਹ ਪ੍ਰਸੰਗ ਆਪ ਅੱਗੇ ਸਰਵਣ ਕਰੋਗੇ। ਦਾਸ ਇੱਥੇ ਬਖਸ਼ਿਸ਼ ਮੰਗਦਾ, ਆਈ ਸਾਧ ਸੰਗਤ ਜੀ ਆਇਆਂ ਆਖਦਾ। ਸਭ ਮਾਈ ਭਾਈ ਇਸ ਪਾਵਨ ਪਵਿੱਤਰ ਦਰਬਾਰ ਦੀ ਹਾਜ਼ਰੀ ਭਰਦੇ ਹੋਏ ਗੱਜ ਕੇ ਆਖੋ, ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ। हे अच्युत हे पार ब्रह्म अबनासी अगना, हे पूरन हे सर्ब में दुख भंजन गुणता, हे संगी हे निरंकार, हे निर्गुण सबटे, हे गोविंद हे गुण निदान, जाके सदा बे, हे अपरंपर हर हरे हैपी होवन, हे संता कै सदा संग निधाराया, हे
ठाकुर हूँ दासरो, मैं निर्गुण गुण नहीं को। नानक दीजै नाम दान, राखो हिय पुरो। याही कुल ते प्रगट होय, ताही कुल को नाम। पुन द्वादश गुरिंड को,